ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1428 ਤੇ ਦੂਸਰੀ ਪੰਕਤੀ ਦੇ ਅਖੀਰ ਵਿੱਚ ਹੈ 30 ਨੰਬਰ ਤੋਂ ਬਾਅਦ, ਪ੍ਰਾਣੀ ਰਾਮ ਨ ਚੇਤੇ ਮਦ ਮਾਇਆ ਕੈ ਅੰਧ, ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ। ਪ੍ਰਾਣੀ ਰਾਮ ਨ ਚੇਤੇ, ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਕਾਰਨ ਤੇ ਕੋਈ ਹੋਏਗਾ ਨਾ। ਇੱਕ ਬੱਚਾ ਪੜ੍ਹਦਾ ਨਹੀਂ ਹੈ, ਕਾਰਨ ਤੇ ਕੋਈ ਹੈ ਨਾ। ਦੋ ਬੰਦੇ ਲੜ ਪਏ ਨੇ, ਕੋਈ ਕਾਰਨ ਤੇ ਹੈ। ਪ੍ਰਾਣੀ ਰਾਮ ਨ ਚੇਤੇ, ਮਨੁੱਖ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਕਾਰਨ ਕੀ ਹੈ? ਮਦ ਮਾਇਆ ਕੈ ਅੰਧ, ਉਹ ਮਾਇਆ ਦੇ ਨਸ਼ੇ 'ਚ ਅੰਨਾ ਹੋਇਆ ਹੈ, ਭਾਵ ਅਗਿਆਨੀ ਹੈ। ਮਾਇਆ ਕਮਾਉਣ 'ਚ ਲੱਗਿਆ ਹੋਇਆ ਹੈ। ਵੱਧ ਤੋਂ ਵੱਧ ਧਨ ਹੋਵੇ, ਇਹ ਉਹਦੀ ਇੱਛਾ ਹੈ, ਇਹ ਉਹਦੇ ਜੀਵਨ ਦਾ ਉਦੇਸ਼ ਹੈ। ਫਿਰ ਜੇ ਬਹੁਤ ਮਾਇਆ ਹੁੰਦੀ ਹੈ, ਮਾਇਆ ਦਾ ਵੀ ਇੱਕ ਆਪਣਾ ਨਸ਼ਾ ਹੈ। ਜਿਵੇਂ ਸ਼ਰਾਬ ਦਾ ਨਸ਼ਾ ਹੈ, ਆਪਣਾ ਇੱਕ ਨਸ਼ਾ ਹੈ। ਨਸ਼ੇ ਦੇ ਵਿੱਚ ਅਸਲੀਅਤ ਭੁੱਲ ਜਾਂਦੀ ਹੈ। ਇਸ ਲਈ ਮਾਇਆ ਦਾ ਨਸ਼ਾ ਹੈ, ਮਾਇਆ ਕਮਾਉਣ 'ਚ ਲੱਗਿਆ ਹੋਇਆ ਹੈ। ਅਗਿਆਨਤਾ ਹੋਣ ਕਾਰਨ ਰੱਬ ਨੂੰ ਯਾਦ ਨਹੀਂ ਕਰਦਾ। ਮਾਇਆ ਵਿੱਚ ਰੁਚੀ ਹੋਣ ਕਰਕੇ ਨਾ ਉਹ ਸਤ ਸੰਗਤ ਕਰਦਾ, ਨਾ ਉਹਨੂੰ ਗਿਆਨ ਹੁੰਦਾ। ਸਤ ਸੰਗਤ ਤੋਂ ਬਿਨਾਂ ਕਿਵੇਂ ਗਿਆਨ ਹੋਏਗਾ? ਗਿਆਨ ਤੇ ਗੁਰੂ ਤੋਂ ਮਿਲਣਾ ਹੈ। ਗੁਰੂ ਦੀ ਸੰਗਤ ਨਹੀਂ ਮਨੁੱਖ ਕਰਦਾ। ਗੁਰੂ ਨੂੰ ਮਿਲਣ ਤੋਂ ਬਾਅਦ ਹੀ ਅਸਲ ਜੀਵਨ ਜਾਚ ਆਉਂਦੀ ਹੈ। ਗੁਰ ਬਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ, ਜੀਵਨ ਜਿਉਣ ਦੀ ਜਾਚ ਸਿੱਖ। ਬਾਣੀ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਂਦੀ ਹੈ। ਨਿਰਾ ਬਾਣੀ ਪੜ੍ਹਨ ਨਾਲ ਗੱਲ ਨਹੀਂ ਬਣੇਗੀ, ਬਾਣੀ ਸੁਣਨ ਨਾਲ ਨਿਰੀ ਗੱਲ ਨਹੀਂ ਬਣੇਗੀ, ਬਾਣੀ ਗਾਉਣ ਨਾਲ ਵੀ ਪੂਰੀ ਗੱਲ ਨਹੀਂ ਬਣੇਗੀ। ਇਹ ਕਥਾ ਕਰਨ ਤੇ ਸੁਣਨ ਨਾਲ ਪੂਰੀ ਗੱਲ ਨਹੀਂ ਬਣਨੀ। ਗੱਲ ਬਣੇਗੀ ਜੋ ਸੁਣਿਆ ਉਸ ਨੂੰ ਮੰਨਣ ਨਾਲ। ਇਮਤਿਹਾਨ ਨੇੜੇ ਆ ਗਏ ਨੇ। ਟੀਚਰ ਸਟੇਜ 'ਤੇ, ਸਕੂਲ ਦੀ ਸਟੇਜ 'ਤੇ ਖਲੋ ਕੇ ਵਿਦਿਆਰਥੀ ਨੂੰ ਸਿੱਖਿਆ ਦੇ ਰਹੇ। ਕਾਕਾ, ਇਮਤਿਹਾਨ ਨੇੜੇ ਆ ਗਏ ਨੇ, ਵੱਧ ਤੋਂ ਵੱਧ ਮਿਹਨਤ ਕਰੋ। ਸਾਰੇ ਬੱਚੇ ਨੇ ਸੁਣ ਲਿਆ, ਪਰ ਜਿਹੜੇ ਗੱਲ ਮੰਨਣਗੇ ਉਹੀ ਮਿਹਨਤ ਕਰਨਗੇ ਨਾ। ਬਹੁਤ ਸਾਰੇ ਸੁਣਿਆ ਅਣਸੁਣਿਆ ਕਰ ਦਿੰਦੇ ਨੇ। ਅਸੀਂ ਬਾਣੀ ਸੁਣੀ ਪਰ ਮੰਨੀ ਨਹੀਂ, ਜੀਵਨ 'ਚ ਪਰਿਵਰਤਨ ਨਹੀਂ ਆਵੇਗਾ। ਜੀਵਨ 'ਚ ਪਰਿਵਰਤਨ ਨਹੀਂ ਆਵੇਗਾ। ਮੈਂ ਕਿੰਨੇ ਲੋਕ ਵੇਖੇ ਨੇ ਜਿਹੜੇ ਨਿਤਨੇਮ ਕਰਦੇ ਨੇ, ਸ਼ਾਮ ਨੂੰ ਸ਼ਰਾਬਾਂ ਵੀ ਪੀਂਦੇ ਨੇ। ਨਿਤਨੇਮ ਕਰਦੇ ਨੇ, ਦਫ਼ਤਰਾਂ ਜਾ ਕੇ ਰਿਸ਼ਵਤ ਲੈਂਦੇ ਨੇ। ਨਿਤਨੇਮ ਕਰਦੇ ਨੇ, ਦੁੱਧ 'ਚ ਮਿਲਾਵਟ ਕਰਦੇ ਨੇ। ਕੀ ਫਾਇਦਾ? ਇੰਨਾ ਸਮਾਂ ਬਾਣੀ ਪੜ੍ਹਨ 'ਤੇ ਲਾਇਆ, ਆਦਤ ਬਦਲੀ ਹੀ ਨਾ, ਬੁਰਾਈ ਛੱਡੀ ਹੀ ਨਾ। ਜੀਵਨ ਸੁਖੀ ਤੇ ਉਸ ਮਨੁੱਖ ਦਾ ਹੁੰਦਾ ਜਿਹੜਾ ਬੁਰਾਈਆਂ ਦਾ ਤਿਆਗ ਕਰਦਾ ਹੈ।
ਬੁਰਾਈਆਂ ਛੱਡੇਗਾ ਤਾਂ ਹੀ ਭਜਨ ਬੰਦਗੀ ਹੋਵੇਗੀ ਨਾ। ਕਾਮੀ, ਕ੍ਰੋਧੀ, ਲੋਭੀ, ਲਾਲਚੀ, ਹੰਕਾਰੀ ਬੰਦੇ ਭਜਨ ਬੰਦਗੀ ਨਹੀਂ ਕਰ ਸਕਦੇ। ਇਹਨਾਂ ਦੀ ਬੁਰਾਈਆਂ ਭਜਨ ਬੰਦਗੀ ਕਰਨ ਹੀ ਨਹੀਂ ਦਿੰਦੀਆਂ। ਅਤੇ ਜੇ ਕਰਦੇ ਨੇ ਭਜਨ ਬੰਦਗੀ, ਉਹ 'ਚ ਮਨ ਨਹੀਂ ਟਿਕਦਾ। ਮਨ ਨਹੀਂ ਟਿਕਦਾ, ਮਨ ਬੁਰਾਈਆਂ ਵੱਲ ਨੂੰ ਜਾਂਦਾ। ਆਮ ਕਹਾਵਤ ਹੈ, ਮਨ ਸੋਚੈ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਤੇ ਬੁਰਾਈਆਂ ਲੋਚਦਾ ਹੈ, ਗੁਰੂ ਦੇ ਸ਼ਬਦ ਰਾਹੀਂ ਇਸ ਨੂੰ ਮੋੜਨਾ। ਕਥਾ ਕਰਨੀ ਹੈ, ਕਥਾ ਸੁਣਨੀ ਹੈ, ਦੋਨੋਂ ਚੰਗੇ ਕੰਮ ਨੇ। ਕਿ ਗੁਰਬਾਣੀ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ। ਜੇ ਕੋਈ ਗੁਰਮੁਖ ਹੋਵੇਗਾ ਤਾਂ ਹੀ ਬਾਣੀ ਦੀ ਵਿਚਾਰ ਕਰੇਗਾ ਨਾ। ਤੇ ਕੋਈ ਗੁਰਮੁਖ ਹੋਏਗਾ ਤੇ ਵਿਚਾਰ ਸੁਣੇਗਾ। ਸੁਣਦਿਆਂ ਕਈ ਵਾਰੀ ਅਸਰ ਹੋ ਜਾਂਦਾ ਹੈ, ਅਤੇ ਜੇ ਅਸਰ ਨਹੀਂ ਹੋਇਆ ਤਾਂ ਫਿਰ ਜਿਹੋ ਜਿਹੇ ਸੀ ਉਹੋ ਜਿਹੇ ਮਨੁੱਖ ਰਹਿ ਜਾਂਦਾ ਹੈ। ਤਾਂ ਹੀ ਗੁਰਬਾਣੀ ਕਹਿੰਦੇ, ਜਿਨੀ ਸੁਣ ਕੇ ਮੰਨਿਆ ਸੇ ਪੁਰਖ ਪ੍ਰਧਾਨ। ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਕੇ ਮੰਨ ਲਈ, ਉਹ ਮਹਾਂਪੁਰਖ ਹੋ ਗਏ। ਅਸੀਂ ਤੁਸੀਂ ਕਿਉਂ ਨਹੀਂ ਹੋਏ? ਅਸੀਂ ਮੰਨੀ ਨਹੀਂ, ਸੁਣੀ ਪੜ੍ਹੀ, ਸੁਣ ਵੀ ਲਈਏ, ਰੋਜ਼ ਪੜ੍ਹਦੇ ਵੀ ਹਾਂ, ਮੰਨਦੇ ਨਹੀਂ ਹਾਂ, ਇਸ ਲਈ ਮਹਾਂਪੁਰਖ ਨਹੀਂ ਬਣਦੇ। ਝੋਲੇ ਪਾ ਕੇ ਕੋਈ ਮਹਾਂਪੁਰਖ ਨਹੀਂ ਬਣ ਜਾ ਕਰਦਾ। ਕੱਲ੍ਹ ਮੈਂ ਸੁਣਾਇਆ ਸੀ, ਉਹ ਚੋਲੇ ਪਾਉਣ ਵਾਲਾ ਹੀ ਮੇਰੇ ਤੋਂ 75 ਰੁਪਏ ਉਧਾਰੇ ਲੈ ਗਿਆ ਵੀ ਮੇਰੀ ਮਾਂ ਬਿਮਾਰ ਹੈ, ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ। ਇਹ ਮੈਨੂੰ ਪਤਾ ਸੀ ਅੰਮ੍ਰਿਤਸਰ ਦਾ ਰਹਿਣ ਵਾਲਾ। ਵੀ ਆਉਣ ਜਾਣ ਦੇ 75 ਰੁਪਏ ਕਿਰਾਇਆ ਦੇ ਦਿਓ। ਅੱਜ ਆਉਂਦਾ, ਚੋਲਿਆਂ ਨੂੰ ਕੀ ਕਰੋਗੇ? ਕਛਹਿਰੇ ਪਾਏ ਗੋਡਿਆਂ ਤੱਕ ਲੰਮੇ, ਚੋਲਾ ਵੀ ਪਾਇਆ ਹੋਇਆ ਹੈ, ਰੌਲਾ ਵੀ ਗੁਰਦੁਆਰੇ 'ਚ ਲਾਂਦਾ ਹੈ, ਪਰ ਅੰਦਰੋਂ ਬੇਈਮਾਨ ਹੈ। ਕਿਉਂ? ਬਾਣੀ ਨੇ ਅਸਰ ਹੀ ਨਹੀਂ ਕੀਤਾ। ਲੋਕ ਪਹਿਰਾਵਾ ਲੋਕ ਵਿਖਾਵਾ ਹੋ ਗਿਆ। ਅੱਖੀਂ ਤਾਂ ਮੀਟੈਂ, ਨਾਕ ਪਕੜੈਂ, ਠੱਗਣ ਕੋ ਸੰਸਾਰ। ਗੁਰੂ ਮਹਾਰਾਜ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਵੀ ਬੱਲੇ ਬੱਲੇ ਬੜਾ ਸਿਮਰਨ ਕਰ ਰਿਹਾ ਹੋਣਾ ਹੈ। ਸਾਡੀ ਇੱਕ ਰਿਸ਼ਤੇਦਾਰ ਬੀਬੀ ਸੀ, ਅੰਨੀ ਸੀ, ਉਹਦੇ ਬੁੱਲ੍ਹ ਹਿਲਦੇ ਰਹਿੰਦੇ ਸਨ। ਮੈਂ ਕਿਹਾ ਬਹੁਤ ਭਜਨ ਬੰਦਗੀ ਕਰਦੀ ਹੋਣੀ ਹੈ। ਮੈਂ ਉਹਦੇ ਬੁੱਲ੍ਹਾਂ ਦੇ ਕੋਲ ਆਪਣੇ ਕੰਨ ਲਾਏ, ਉਹ ਆਪਣੀ ਨੂੰਹ ਨੂੰ ਗਾਲਾਂ ਕੱਢ ਰਹੀ ਹੈ, ਕੁੱਤੀ, ਕੰਜਰੀ, ਪਤਾ ਨਹੀਂ ਕੀ ਕੁਛ ਕਹਿ ਰਹੀ ਹੈ। ਮੈਂ ਤਾਂ ਸੋਚਿਆ ਸਿਮਰਨ ਕਰ ਰਹੀ ਹੈ। ਬੋਲੇ ਹਿਲ ਰਹੇ ਨੇ, ਇਹ ਨਹੀਂ ਪਤਾ ਗਾਲਾਂ ਕੱਢ ਰਹੀ ਹੈ। ਮੈਂ ਸੋਚਿਆ ਬੋਲੇ ਹਿਲ ਰਹੇ, ਵਾਹਿਗੁਰੂ ਕਰਦੀ ਹੋਣੀ। ਸੋ ਸਾਰਾ ਧਿਆਨ ਮਾਇਆ ਵਿੱਚ ਹੈ। ਮਾਇਆ ਦੇ ਨਸ਼ੇ ਉਹ 'ਚ ਹੀ ਲੱਗਾ ਹੋਇਆ, ਇਸ ਲਈ ਅੰਧ ਹੈ, ਅਗਿਆਨੀ ਹੈ। ਇਸ ਲਈ ਪਰਮਾਤਮਾ ਦਾ ਨਾਮ ਨਹੀਂ ਜਪਦਾ, ਗਿਆਨ ਨਹੀਂ ਨਾ ਹੈਗਾ। ਮਨੁੱਖ ਤੋਂ ਦੇਖੋ, ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਨੇ, ਫੈਕਟਰੀਆਂ 24 ਘੰਟੇ ਚੱਲਦੀਆਂ, 8-8 ਘੰਟੇ ਡਿਊਟੀ ਬਦਲਦੀ ਹੈ। ਕਈਆਂ ਦੀ ਅੰਮ੍ਰਿਤ ਵੇਲੇ ਡਿਊਟੀ ਹੁੰਦੀ, ਜਾਂਦੇ ਨੇ ਡਿਊਟੀ 'ਤੇ। ਕਿਉਂ? ਪੈਸੇ ਮਿਲਦੇ ਨੇ। ਜੇ ਕਿਸੇ ਨੂੰ ਕਹਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਲਓ, ਉਹ ਜੀ ਉੱਠ ਹੀ ਨਹੀਂ ਹੁੰਦਾ, ਉੱਠ ਹੀ ਨਹੀਂ ਹੁੰਦਾ। ਜੇ ਮੈਂ ਕਹਿ ਦਾਂ ਜਦੋਂ ਲੋਕਡਾਊਨ ਖੁੱਲ੍ਹ ਜਾਣਗੇ ਵੀ ਜਿਹੜਾ ਕਥਾ ਵਾਰਤਾ ਸੁਣਨ ਆਇਆ ਕਰੇਗਾ ਉਹਨੂੰ ਜਾਂਦਿਆਂ 100 ਰੁਪਈਆ ਮਿਲੇਗਾ। ਆ ਗੁਰਦੁਆਰੇ ਥਾਂ ਹੀ ਨਹੀਂ ਰਹਿਣੀ ਬਹਿਣ ਨੂੰ, ਬਾਹਰ ਵੀ ਬਿਠਾਉਣੇ ਪੈਣਗੇ ਵਿਹੜੇ 'ਚ, ਇੰਨੇ ਆ ਜਾਣਗੇ। ਕਥਾ ਸੁਣਨ ਨਹੀਂ ਵੀ 100 ਰੁਪਈਆ ਮਿਲੂਗਾ, ਇਸ ਲਈ ਆਉਣਗੇ। ਪੈਸੇ ਦੀ ਖਾਤਰ ਮਨੁੱਖ ਅੰਮ੍ਰਿਤ ਵੇਲੇ ਜਾਗ ਸਕਦਾ ਹੈ, ਭਜਨ ਬੰਦਗੀ ਲਈ ਨਹੀਂ ਜਾਗਦਾ। ਕਿ ਜਾਗ ਨਹੀਂ ਆਉਂਦੀ ਜੀ,
ਪੈਸੇ ਦੇ ਦਿਓ, ਫਿਰ ਜਾਗ ਆਉਂਦੀ ਹੈ, ਫਿਰ ਭੱਜੇ ਹੀ ਜਾਂਦਾ ਹੈ, ਫਿਰ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਡਿਊਟੀ ਦਿੰਦਾ ਹੈ। ਕਿਉਂ? ਪੈਸੇ ਮਿਲਦੇ ਨੇ। ਮਨੁੱਖ ਪੈਸੇ 'ਚ ਹੀ ਲੱਗਾ ਹੋਇਆ ਹੈ। ਸੋ ਤਾਂ ਸੰਕਿਆ ਪ੍ਰਾਣੀ ਰਾਮ ਨਾ ਚੇਤੇ। ਇਹ ਰੱਬ ਨੂੰ ਯਾਦ ਨਹੀਂ ਕਰਦਾ। ਕਿਉਂ? ਇਹ ਮਾਇਆ ਕਮਾਉਣ 'ਚ ਲੱਗਾ ਹੋਇਆ ਹੈ। ਇਹ ਦੂਜੇ ਪਾਸੋਂ ਅਗਿਆਨੀ ਹੈ। ਮਾਇਆ ਸਾਨੂੰ ਬਾਹਰੀ ਸੁੱਖ ਦਿੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਮਾਇਆ ਸਾਨੂੰ ਬਾਹਰੀ ਸੁੱਖ ਦਿੰਦੀ ਹੈ। ਉਹ ਵੀ ਉਹ ਮਾਇਆ ਦਿੰਦੀ ਹੈ ਜਿਹੜੀ ਦਸਾਂ ਨੌਂ ਦੀ ਕਿਰਤ ਦੀ ਹੁੰਦੀ ਹੈ। ਦੂਸਰੀ ਮਾਇਆ ਤਾਂ ਸਾਨੂੰ ਕਈ ਵਾਰੀ ਕੁਟਾਪਾ ਵੀ ਸਾਡਾ ਕਰਾ ਦਿੰਦੀ। ਬੰਦਾ ਫੜਿਆ ਜਾਂਦਾ ਹੈ ਰਿਸ਼ਵਤ ਲੈਂਦਾ ਹੋਇਆ, ਨਸ਼ੇ ਵੇਚਦਾ ਹੋਇਆ, ਜਾਂ ਹੋਰ ਬੁਰੇ ਕੰਮ ਕਰਦਾ ਹੋਇਆ, ਉਹਨੂੰ ਜੇਲ੍ਹ ਵੀ ਹੋ ਸਕਦੀ ਹੈ। ਦਸਾਂ ਨੌਂ ਦੀ ਕਿਰਤ ਜਿਹੜੀ ਹੈ ਇਹ ਸਾਨੂੰ ਬਾਹਰੋਂ ਸੁੱਖ ਦਿੰਦੀ ਹੈ। ਧਨ ਨਾਲ ਸਰੀਰਕ ਸੁੱਖ ਮਿਲਦੇ ਨੇ, ਪਰ ਮਾਨਸਿਕ ਸੁੱਖ ਨਹੀਂ ਮਿਲਦਾ। ਬੰਦਾ ਦੁਖੀ ਦਾ ਦੁਖੀ ਰਹਿੰਦਾ, ਬਾਹਰੋਂ ਸੁਖੀ ਅੰਦਰੋਂ ਦੁਖੀ। ਗੱਲ ਤੇ ਬਣੀ ਨਾ। ਕਮੀਜ਼ ਸਾਫ਼ ਬਨੈਣ ਮੈਲੀ, ਗੱਲ ਤੇ ਬਣੀ ਨਾ। ਗੱਲ ਬਣੀ ਨਾ। ਗੁਰਬਾਣੀ ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਨਿਰਮਲ। ਤਾਂ ਹੀ ਨਿਰਮਲ ਹੋਏਗਾ ਨਾ ਬੰਦਾ। ਬਾਹਰੋਂ ਸਾਫ਼ ਹੈ, ਮਨ ਮੈਲਾ ਹੈ, ਇਹ ਤਾਂ ਬੰਦਾ ਅਧੂਰਾ ਹੈ, ਅਧੂਰਾ ਹੈ। ਗੁਰੂ ਮਹਾਰਾਜ ਸਾਨੂੰ ਪੂਰਨ ਕਰਨਾ ਚਾਹੁੰਦੇ ਨੇ। ਪੂਰਨ ਹੀ ਸੁਖੀ ਹੋਇਆ ਕਰਦਾ, ਅਧੂਰਾ ਨਹੀਂ ਸੁਖੀ ਹੋਇਆ ਕਰਦਾ। ਘੜਾ ਊਣਾ ਹੋਵੇ ਨਾ, ਸਿਰ 'ਤੇ ਰੱਖੋ ਕਦੇ, ਉਹ ਛਲਕੇਗਾ, ਹਿੱਲੇਗਾ। ਉਹਨੂੰ ਪੂਰਾ ਭਰ ਲਓ, ਫਿਰ ਚਾਹੇ ਹੱਥ ਛੱਡ ਕੇ ਤੁਰੇ ਜਾਓ, ਘੜਾ ਨਹੀਂ ਹਿੱਲੇਗਾ। ਬਹੁਤ ਸਾਰੀਆਂ ਬੀਬੀਆਂ ਪਹਿਲਾਂ ਖੂਹਾਂ ਤੋਂ ਪਾਣੀ ਲੈ ਕੇ ਆਇਆ ਕਰਦੀਆਂ ਸਨ। ਸਿਰ 'ਤੇ ਘੜੇ ਰੱਖੇ ਨੇ, ਘੜੇ ਦੇ ਉੱਤੇ ਹੋਰ ਇੱਕ ਛੋਟਾ ਘੜਾ ਰੱਖਿਆ, ਉਹਦੇ ਉੱਤੇ ਹੋਰ ਛੋਟਾ ਰੱਖਿਆ ਹੋਇਆ ਹੈ। ਬਿਨਾਂ ਉਹਨਾਂ ਨੂੰ ਹੱਥ ਪਾਏ ਹੋਏ ਤੁਰੀਆਂ ਆ ਰਹੀਆਂ ਨੇ, ਭਰੇ ਹੋਏ ਨੇ, ਇਸ ਲਈ ਅਡੋਲ ਨੇ, ਭਰੇ ਹੋਏ ਨੇ। ਇਹ ਮਨੁੱਖ ਅਧੂਰਾ ਹੈ, ਇਸ ਲਈ ਡੋਲਦਾ ਰਹਿੰਦਾ। ਬਾਹਰੋਂ ਧਨ ਹੈ ਬਹੁਤ, ਸਾਰੇ ਸਰੀਰਕ ਸੁੱਖ ਨੇ, ਪਰ ਅੰਦਰ ਭਜਨ ਬੰਦਗੀ ਕੋਈ ਨਹੀਂ। ਮਨ ਦੁਖੀ ਹੈ, ਮਨ ਦੁਖੀ ਹੈ। ਜੇ ਅੰਦਰ ਭਜਨ ਬੰਦਗੀ ਹੋਵੇ, ਤੁਹਾਡੇ ਕੋਲ ਸੰਸਾਰਕ ਧਨ ਹੈ, ਤੇ ਜੇ ਨਾਮ ਧਨ ਨਹੀਂ ਹੈ, ਤੁਸੀਂ ਸੁਖੀ ਨਹੀਂ ਹੋ ਸਕਦੇ। ਪਰ ਜੇ ਤੁਹਾਡੇ ਕੋਲ ਨਾਮ ਧਨ ਹੈ, ਤਾਂ ਸੰਸਾਰਕ ਧਨ ਆਪੇ ਹੀ ਆ ਜਾਣਾ ਹੈ। ਜਿੰਨਾ ਜ਼ਿਆਦਾ ਨਾਮ ਧਨ, ਉਨਾ ਸੰਸਾਰਕ ਧਨ ਆਪੇ ਆ ਜਾਣਾ। ਇਹ ਮਾਇਆ ਦਾਸੀ ਬਣ ਕੇ ਸੇਵਾ ਕਰਦੀ ਹੈ। ਆ ਜਿਹੜੇ ਸਾਧੂ ਹੁੰਦੇ ਨੇ, ਦੁਨੀਆ ਆਉਂਦੀ ਉਹਨਾਂ ਨੂੰ ਮਿਲਣ, ਅੱਗੇ ਨੋਟਾਂ ਦਾ ਢੇਰ ਲਾ ਦਿੰਦੇ ਨੇ। ਉਹ ਮੰਗਦੇ ਤਾਂ ਨਹੀਂ ਕਿਸੇ ਤੋਂ, ਕੋਈ ਕਰਦੇ। ਉਹਨਾਂ ਕੋਲ ਨਾਮ ਧਨ ਹੈ। ਨਾਮ ਧਨ 'ਚ ਇੰਨੀ ਤਾਕਤ ਹੈ ਕਿ ਉਹਨੇ ਸੰਸਾਰਕ ਧਨ ਆਪੇ ਲੈ ਆਉਣਾ, ਪਰ ਸੰਸਾਰਕ ਧਨ 'ਚ ਇੰਨੀ ਤਾਕਤ ਨਹੀਂ ਕਿ ਉਹ ਤੁਹਾਡੇ ਅੰਦਰ ਨਾਮ ਧਨ ਪੈਦਾ ਕਰਦੇ। ਇਸ ਲਈ ਜਿਹੜੇ ਨਾਮ ਧਨ ਇਕੱਠਾ ਕਰਦੇ ਨੇ, ਉਹ ਗਰੀਬ ਹੋ ਹੀ ਨਹੀਂ ਸਕਦੇ। ਪਰ ਫਿਰ ਵੀ ਗੁਰੂ ਨਾਨਕ ਦੇ ਸਾਨੂੰ ਹੁਕਮ ਹੈ ਕਿ ਕਿਰਤ ਕਰੋ, ਤੁਹਾਡੇ ਕੋਲ ਪੈਸਾ ਹੋਏਗਾ। ਜੇ ਪੈਸਾ ਹੀ ਨਹੀਂ, ਤੁਸੀਂ ਤਾਂ ਭੁੱਖੇ ਹੀ ਮਰ ਜਾਓਗੇ। ਅਗਰ ਪੈਸਾ ਹੀ ਨਹੀਂ, ਤੁਸੀਂ ਭੁੱਖੇ ਮਰ ਜਾਓਗੇ। ਮੰਗਤੇ ਵੀ ਕਿਉਂ ਪੈਸਾ ਮੰਗਦੇ ਨੇ? ਤਾਂ ਜੋ ਭੁੱਖੇ ਨਾ ਮਰਨ, ਉਹਦੇ ਕੋਈ ਖਰੀਦ ਕੇ ਕੋਈ ਖਾ ਸਕਣ। ਸੰਸਾਰਕ ਧਨ ਵੀ ਚਾਹੀਦਾ ਹੈ, ਪਰ ਉਹਨਾਂ ਦੇ ਨਾਲ ਸ਼ਰਤ ਹੈ, ਨਾਮ ਜਪੋ। ਨਾਮ ਧਨ ਵੀ ਚਾਹੀਦਾ।
ਸਿੱਖ ਨੂੰ ਸੰਸਾਰਕ ਧਨ ਵੀ ਚਾਹੀਦਾ, ਨਾਮ ਧਨ ਵੀ ਚਾਹੀਦਾ। ਅਤੇ ਜਿਸ ਸਿੱਖ ਕੋਲ ਦੋਨੋਂ ਚੀਜ਼ਾਂ ਨੇ ਉਹ ਸੁਖੀ ਹੈ, ਉਹ ਸੁਖੀ ਹੈ। ਇਹ ਮਨੁੱਖ ਜਿਹੜਾ ਹੈ ਇਹ ਮਾਇਆ ਕਮਾਉਣ 'ਤੇ ਲੱਗਾ ਹੋਇਆ ਹੈ, ਮਾਇਆ ਦੇ ਵਿੱਚ ਅੰਨਾ ਹੋ ਗਿਆ ਹੈ। ਇਹਨੂੰ ਯਾਦ ਹੀ ਨਹੀਂ, ਇਹਨੂੰ ਗਿਆਨ ਹੀ ਨਹੀਂ ਕਿ ਮੈਂ ਤਾਂ ਭਜਨ ਬੰਦਗੀ ਕਰਨੇ ਸੰਸਾਰ 'ਤੇ ਆਇਆ ਹਾਂ। ਇਹ ਪਰਮਾਤਮਾ ਨੂੰ ਯਾਦ ਨਹੀਂ ਕਰਦਾ। ਕਹੋ ਨਾਨਕ ਹਰ ਭਜਨ ਬਿਨ, ਪਰਤ ਤਾਹੇ ਜਮ ਫੰਦ। ਤਾਹੇ ਮੈਨੇ ਉਸਦੇ। ਗੁਰੂ ਮਹਾਰਾਜ ਕਹਿੰਦੇ ਹਰੀ ਦੇ ਭਜਨ ਤੋਂ ਬਿਨਾਂ ਇਹੋ ਜਿਹੇ ਵਿਅਕਤੀ ਦੇ ਗਲ ਵਿੱਚ ਜਮਾਂ ਦੀ ਫਾਹੀ ਪੈਂਦੀ ਹੈ। ਜਮ ਫੰਦ, ਜਮਾਂ ਦੀ ਫਾਹੀ। ਜਿਹੜਾ ਬੰਦਾ ਸਿਰ ਮਾਇਆ ਕਮਾਉਣ 'ਤੇ ਲੱਗਾ ਹੋਇਆ ਅਤੇ ਨਾਮ ਨਹੀਂ ਜਪਦਾ, ਉਹ ਮਰਨ ਵੇਲੇ ਫਿਰ ਜਮਾਂ ਦੀ ਫਾਹੀ ਉਹਦੇ ਗਲ 'ਚ ਪੈਂਦੀ ਹੈ। ਇਸ ਲਈ ਸਿੱਖ ਨੇ ਦੋਨੋਂ ਕੰਮ ਕਰਨੇ। ਦਸਾਂ ਨੌਂ ਦੀ ਕਿਰਤ ਕਰਨੀ। ਦਸਾਂ ਨੌਂ ਦੀ ਕਿਰਤ ਕਰਨ ਵਾਲੇ 20% ਮਸਾਂ ਰਹਿ ਗਏ ਨੇ। ਟੋਟਲ ਆਬਾਦੀ ਦਾ ਮਸਾਂ 20% ਲੋਕ ਨੇ ਜਿਹੜੇ ਦਸਾਂ ਨੌਂ ਦੀ ਕਿਰਤ ਕਰਦੇ ਨੇ। ਨਹੀਂ ਤਾਂ ਸਭ ਠੱਗੀਆਂ, ਠੋਰੀਆਂ, ਮਿਲਾਵਟਾਂ, ਹੇਰਾ ਫੇਰੀਆਂ 'ਤੇ ਲੱਗੇ ਹੋਏ। ਦਿਨ 'ਚ 100 ਵਾਰ ਝੂਠ ਬੋਲੀ ਜਾਂ ਦੁਕਾਨਦਾਰ 100 ਵਾਰ ਝੂਠ ਬੋਲਦੇ ਦਿਨ 'ਚ। ਕਈ ਨਾਲ ਤਾਂ ਮੈਂ ਨਾਰਾਜ਼ ਹੀ ਹੋ ਜਾਣਾ ਵੀ ਤੁਹਾਨੂੰ ਝੂਠ ਬੋਲਣ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਮੈਂ ਤੁਹਾਡੇ ਤੋਂ ਕੋਈ ਚੀਜ਼ ਬਣਵਾਉਣ ਆਇਆ, ਤੁਸੀਂ ਕਹੋ ਜੀ ਬਾਬਾ ਜੀ ਇਹ 10 ਦਿਨਾਂ ਬਾਅਦ ਮਿਲੇਗੀ, ਤੁਹਾਨੂੰ ਮਨਜ਼ੂਰ ਹੈ ਤਾਂ ਰੱਖ ਜਾਓ, ਬਣਵਾ ਲਓ, ਨਹੀਂ ਤਾਂ ਕਿਸੇ ਹੋਰ ਤੋਂ ਬਣਵਾ ਲਓ। ਹਾਂ 11ਵੇਂ ਦਿਨ ਤੁਹਾਨੂੰ ਮਿਲ ਜਾਏਗੀ। ਅਤੇ ਉਹਨੂੰ 11ਵੇਂ ਦਿਨ ਚੀਜ਼ ਦੇ ਦਿਓ, ਗੱਲ ਖਤਮ ਹੋ ਗਈ। ਬਾਬਾ ਜੀ ਕੱਲ੍ਹ ਨੂੰ ਜੀ, ਬਾਬਾ ਜੀ ਪਰਸੋਂ ਨੂੰ ਜੀ, ਬਸ ਜੀ। ਇੱਕ ਦੁਕਾਨ ਦਾ ਤੁਹਾਡਾ ਸਮਾਨ ਤਿਆਰ ਹੈ ਜੀ, ਮੈਂ ਚਲਿਆ ਗਿਆ, ਕਹਿੰਦੇ ਉਹ ਜੀ ਅੱਜ ਤਾਂ ਰਹਿੰਦਾ ਜੀ ਬਣਾਉਣ ਵਾਲਾ ਜੀ। ਦੱਸ ਵੀ ਇਹਨੇ ਕਿਹੜਾ ਹੁਣੇ ਆ ਜਾਣਾ। ਕਹਿੰਦੇ ਤੁਹਾਡਾ ਸਮਾਨ ਤਿਆਰ ਹੋ ਗਿਆ ਜੀ, ਅਤੇ ਮੈਂ 5 ਮਿੰਟਾਂ 'ਚ ਪਹੁੰਚ ਗਿਆ। ਉਹ ਕੱਲ੍ਹ ਨੂੰ ਹੋਏਗਾ ਜੀ, ਕੱਲ੍ਹ ਨੂੰ ਵੀ ਨਾ ਹੋਇਆ। ਉਹ ਜੀ ਪਰਸੋਂ ਨੂੰ ਜ਼ਰੂਰ ਜੇ, ਪਰਸੋਂ ਨੂੰ ਵੀ ਨਾ ਹੋਇਆ। ਫਿਰ ਕਹਿੰਦੇ ਸਾਡੇ 'ਤੇ ਗੁਰੂ ਖੁਸ਼ ਹੋਵੇ। ਝੂਠਿਆਂ 'ਤੇ ਪੈਰ ਪੈਰ 'ਤੇ ਝੂਠ ਬੋਲੀ ਜਾਣਾ। ਉਂਝ ਕੌਣ ਹੈ ਜੀ? ਅਸੀਂ ਸਿੱਖ ਹਾਂ ਜੀ। ਰਹੀ ਜੋ ਸਿੱਖ, ਕੋਈ ਗੱਲਬਾਤ ਨਹੀਂ ਰਹੀ ਹੈਗੀ। ਕੌਮ ਗਿਰਾਵਟ 'ਚ ਚਲੀ ਗਈ ਹੈ। ਜਿਹੜੀਆਂ ਕੌਮਾਂ ਅਸੂਲ ਛੱਡ ਦਿੰਦੀਆਂ ਨੇ, ਹੇਰਾ ਫੇਰੀ ਦੇ ਲੱਕ ਬੰਨ੍ਹ ਲੈਂਦੇ ਨੇ, ਉਹ ਛੇਤੀ ਗਿਰਾਵਟ 'ਚ ਚਲੇ ਜਾਂਦੇ ਨੇ। ਇਸ ਲਈ ਕਹਿੰਦੇ ਇਹ ਮਾਇਆ ਦੇ ਨਸ਼ੇ 'ਚ ਰੱਬ ਨੂੰ ਯਾਦ ਨਹੀਂ ਕਰਦਾ। ਕਿ ਯਾਦ ਰੱਖ ਹਰ ਭਜਨ ਬਿਨ, ਪਰਤ ਤਾਹੇ ਜਮ ਫੰਦ। ਗੁਰੂ ਮਰ ਗਏ ਹਰੀ ਦੇ ਭਜਨ ਤੋਂ ਬਿਨਾਂ ਤੇਰੇ ਗਲ ਜਮਾਂ ਦੀ ਫਾਹੀ ਪੈਣੀ। ਉਹਨਾਂ ਫਿਰ ਤੈਨੂੰ ਕੁੱਟਦੇ ਹੀ ਧਰਮਰਾਜ ਤੱਕ ਲੈ ਕੇ ਜਾਣਾ, ਅਤੇ ਅੱਗੇ ਵੀ ਸਜ਼ਾਵਾਂ ਮਿਲਣੀਆਂ ਹਨ ਵੀ ਤੂੰ ਗਲਤ ਤਰੀਕੇ ਨਾਲ ਮਾਇਆ ਕਮਾਉਂਦਾ ਰਿਹਾ। ਬਹੁਤੀ ਮਾਇਆ ਗਲਤ ਤਰੀਕੇ ਤੋਂ ਬਿਨਾਂ ਇਕੱਠੀ ਨਹੀਂ ਹੁੰਦੀ। ਪਾਪਾਂ ਬਾਝੋਂ ਹੋਵੇ ਨਾਹੀਂ, ਮੋਇਆਂ ਸਾਥ ਨ ਜਾਈ। ਗੁਰੂ ਮਹਾਰਾਜ ਕਹਿੰਦੇ ਪਾਪ ਕਰਮ ਕੀਤੇ ਬਿਨਾਂ ਮਾਇਆ ਇਕੱਠੀ ਹੋ ਹੀ ਨਹੀਂ ਸਕਦੀ। ਮਾਇਆ ਇਕੱਠੀ ਕਰਨ ਲਈ ਚੋਰੀਆਂ ਕਰੋ, ਡਾਕੇ ਮਾਰੋ, ਠੱਗੀਆਂ ਕਰੋ, ਮਿਲਾਵਟਾਂ ਕਰੋ, ਧੋਖਾਧੜੀ ਕਰੋ, ਰਿਸ਼ਵਤਾਂ ਲਓ, ਪੈਸੇ ਲੈ ਕੇ ਮੁੱਕਰ ਜਾਓ। ਦੋਸਤ ਸਮਝ ਕੇ 3 ਲੱਖ ਦੇਤਾ ਇੱਕ ਬੰਦੇ ਨੇ, ਮੇਰੇ ਤੋਂ ਅਰਦਾਸ ਕਰਾਉਂਦੇ, ਕਹਿੰਦੇ ਮੇਰੇ ਪੈਸੇ ਮੋੜਦਾ ਨਹੀਂ ਹੈ। ਮੈਂ ਕਦੇ ਕਥਾ ਸੁਣੀ ਹੈ? ਕਦੇ ਕਥਾ ਸੁਣੀ? ਮੈਂ ਗੁਰਬਾਣੀ ਕਹਿੰਦੀ ਕੋਈ ਕਿਸੇ ਦਾ ਨਹੀਂ ਹੈ। ਇਹ ਸੰਗੀ ਉਹਨਾਂ ਚਿਰ ਨੇ ਜਿੰਨਾ ਤੁਸੀਂ ਸੁਖੀ ਹੋ ਅਤੇ ਅਮੀਰ ਹੋ। ਜਿੱਦੇ ਤੁਹਾਡੇ 'ਤੇ ਬਿਪਤਾ ਪੈ ਗਈ ਨਾ, ਸਭ ਨੇ ਤੁਹਾਡਾ ਸਾਥ ਛੱਡ ਜਾਣਾ। ਇਹ ਤਾਂ ਤੁਹਾਨੂੰ ਬੇਵਕੂਫ ਬਣਾਉਣ ਲਈ ਤੁਹਾਡੇ ਦੋਸਤ ਬਣੇ ਹੋਏ। ਨਾਲੇ ਦੋਸਤੀ ਗਈ, ਨਾਲੇ 3 ਲੱਖ ਰੁਪਈਆ ਗਿਆ। ਕੀ ਖੱਟਿਆ? ਮੈਂ ਜੇ ਸਰਵਿਸ ਕਰਦਾ ਸੀ, ਸਾਡੇ ਇੱਕ ਟੀਚਰ ਸੀ, ਕੋਈ ਉਸ ਤੋਂ ਪੈਸਾ ਮੰਗਦਾ, ਕਹਿੰਦਾ ਕੋਈ ਪੈਸਾ ਨਹੀਂ ਮਿਲਦਾ।
ਕਹਿੰਦੇ ਮੈਂ ਇੱਕ ਨਵਾਂ ਪੈਸਾ ਕਿਸੇ ਨੂੰ ਉਧਾਰ ਨਹੀਂ ਦੇਣਾ। ਹੋਰ ਕੋਈ ਕੰਮ ਹੈ ਮੈਂ ਤੁਹਾਡਾ ਕਰਨ ਨੂੰ ਤਿਆਰ ਹਾਂ। ਤੁਸੀਂ ਬਿਮਾਰ ਹੋ ਗਿਆ, ਤੁਹਾਨੂੰ ਸੇਵਾ ਦੀ ਲੋੜ ਹੈ, ਮੈਂ ਛੁੱਟੀ ਲੈ ਕੇ 10-10 ਦਿਨ ਵੀ ਹਸਪਤਾਲ ਰਹਿ ਕੇ ਤੁਹਾਡੀ ਸੇਵਾ ਕਰਨ ਨੂੰ ਤਿਆਰ ਹਾਂ। ਤੁਹਾਨੂੰ ਕਾਰ 'ਤੇ ਲੱਦ ਕੇ ਹਸਪਤਾਲ ਤੱਕ ਲਿਜਾਣ ਲਈ ਤਿਆਰ ਹਾਂ, ਪਰ ਪੈਸਾ ਨਹੀਂ ਮੇਰੇ ਤੋਂ ਮੰਗਣਾ। ਮੈਂ ਪੈਸਾ ਕਿਸੇ ਨੂੰ ਉਧਾਰ ਦੇਣਾ ਹੀ ਨਹੀਂ ਹੈ। ਨਾਲੇ ਮੈਂ ਆਪਣੇ ਪੈਸੇ ਦੇਵਾਂਗਾ, ਨਾਲੇ ਦੋਸਤੀ ਅਤੇ ਰਿਸ਼ਤੇਦਾਰੀ ਖਰਾਬ ਕਰਾਂਗਾ। ਲੋਕ ਬੇਈਮਾਨ ਨੇ, ਮੋੜਦੇ ਨਹੀਂ ਹੈਗੇ, ਮੋੜਦੇ ਨਹੀਂ ਹੈਗੇ। ਬਹੁਤ ਘੱਟ ਲੋਕ ਨੇ ਜਿਹੜੇ ਉਧਾਰ ਲਿਆ ਹੋਇਆ ਨਿਸ਼ਚਿਤ ਸਮੇਂ 'ਤੇ ਮੋੜ ਜਾਂਦੇ ਨੇ। ਉਹਨਾਂ ਨੂੰ ਦੁਬਾਰਾ ਵੀ ਮਿਲ ਸਕਦਾ ਹੈ, ਨਹੀਂ ਤੇ ਕਾਠ ਕੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ ਚੁੱਲ੍ਹੇ। ਲੱਕੜੀ ਦਾ ਪਤੀਲਾ ਵਾਰੀ-ਵਾਰੀ ਜਿਹੜਾ ਅੱਗ 'ਤੇ ਨਹੀਂ ਰੱਖਿਆ ਜਾ ਸਕਦਾ। ਉਹ ਦੂਜਿਆਂ ਦਾ ਵੀ ਸਗੋਂ ਜਿਹੜਾ ਹੈ ਗੁਆਉਂਦਾ ਹੈ, ਅਗਲਾ ਕਿਸੇ ਨੂੰ ਵੀ ਨਹੀਂ ਫਿਰ ਦਿੰਦਾ ਵੀ ਜੋ ਦਫਾ ਹੋਵੇ। ਇਹ ਇਹੋ ਜਿਹੇ ਉਹ ਸਮਝਦਾ ਦੂਜੇ ਵੀ ਇਹੋ ਜਿਹੇ ਨੇ। ਅੱਗੇ ਕਹਿੰਦੇ ਸੁਖ ਮੈਂ ਬਹੁ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਈ। ਜਦ ਤੁਸੀਂ ਸੁਖੀ ਹੋ, ਬੜੇ ਦੋਸਤ ਮਿੱਤਰ ਨੇ, ਬੜੇ ਦੋਸਤ ਮਿੱਤਰ ਨੇ, ਰਿਸ਼ਤੇਦਾਰ ਵੀ ਮਿਲਣ ਆਉਂਦੇ ਨੇ। ਪਤਾ ਹੈ ਇਹ ਸੁਖੀ ਹੈ, ਜਾਵਾਂਗੇ ਕੁਛ ਮਿਲੇਗਾ। ਅਮੀਰ ਹੈ, ਜਾਵਾਂਗੇ ਕੁਛ ਮਿਲੇਗਾ। ਬੜੇ ਸੰਗੀ ਸਾਥੀ। ਦੁੱਖ ਜਦੋਂ ਅੰਤਲਾ ਸਮਾਂ ਆਉਂਦਾ ਨਾ, ਵੀ ਆ ਕੇ ਜਮਦੂਤ ਲੈਣ, ਉਹਦਾ ਸੰਗ ਨਾ ਕੋਈ, ਉਹਦਾ ਕੋਈ ਸੰਗੀ ਨਹੀਂ ਹੈ। ਕਿਉਂ? ਉਹ ਜਮਦੂਤਾਂ ਤੋਂ ਸਾਨੂੰ ਛੁਡਾ ਹੀ ਨਹੀਂ ਸਕਦੇ। ਫਿਰ ਤਾਂ ਕਾਢੋ ਕਾਢੋ ਹੋਈ, ਮਰ ਗਿਆ ਕਿ ਛੇਤੀ ਕੱਢੋ, ਦਿਨ ਨਾ ਛਿਪ ਜੇ, ਰਾਤ ਰੁਪਣੀਆਂ ਨੇ ਫੂਕਣ ਨਹੀਂ ਦੇਣਾ ਹੈ, ਛੇਤੀ ਕੱਢੋ। ਸੋ ਦੁੱਖ 'ਚ ਸੰਗੀ ਨਹੀਂ ਕੋਈ ਹੁੰਦਾ। ਇੱਕ ਦੁੱਖ ਤੇ ਉਹ ਹੈ ਤੁਸੀਂ ਬਿਮਾਰ ਹੋ ਗਏ, ਕੋਈ ਨਾ ਕੋਈ ਸੰਗੀ ਜ਼ਰੂਰ ਹੋਏਗਾ। ਤੁਹਾਡਾ ਕੋਈ ਧੀ ਪੁੱਤਰ, ਤੁਹਾਡਾ ਕੋਈ ਭੈਣ ਭਰਾ ਜ਼ਰੂਰ ਤੁਹਾਨੂੰ ਹਸਪਤਾਲ ਲੈ ਕੇ ਜਾਵੇਗਾ, ਹਸਪਤਾਲ ਤੁਹਾਡੀ ਸੇਵਾ ਵੀ ਕਰੇਗਾ, ਆਪਣੇ ਕੋਲ ਜਿੰਨਾ ਸਰੈ ਬਣਿਆ ਖਰਚਾ ਵੀ ਕਰੇਗਾ। ਇਹ ਨਹੀਂ ਕਿ ਕੋਈ ਵੀ ਨਹੀਂ ਹੋਵੇਗਾ, ਉਸ ਤਰ੍ਹਾਂ ਸੰਗੀ ਨਹੀਂ। ਅੰਤਲੇ ਸਮੇਂ ਜਦੋਂ ਸਾਡਾ ਅੰਤਲਾ ਸਮਾਂ ਹੋਣਾ, ਉਦੋਂ ਕੋਈ ਸੰਗੀ ਨਹੀਂ ਹੋਏਗਾ, ਕੋਈ ਸਾਡੇ ਨਾਲ ਨਹੀਂ ਜਾਏਗਾ। ਜਦ ਤੁਸੀਂ ਸੁਖੀ ਹੋ, 10 ਬੰਦੇ ਤੁਹਾਡੇ ਨਾਲ ਤੁਰਨ ਨੂੰ ਤਿਆਰ ਨੇ। ਜਦੋਂ ਤੁਹਾਡਾ ਅੰਤਲਾ ਸਮਾਂ ਜਨੇ, ਕਿਸੇ ਨੇ ਵੀ ਨਾਲ ਨਹੀਂ ਜਾ ਸਕਣਾ। ਕਹੋ ਨਾਨਕ ਹਰ ਭਜ ਮਨਾ, ਅੰਤ ਸਹਾਈ ਹੋਏ। ਹੇ ਮਨਾ ਤੂੰ ਪਰਮਾਤਮਾ ਦਾ ਨਾਮ ਜਪ, ਅੰਤਲੇ ਸਮੇਂ ਇਹੀ ਤੇਰੀ ਸਹਾਇਤਾ ਕਰੇਗਾ। ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੇ ਅੰਤਲੇ ਸਮੇਂ ਤੇਰੀ ਸਹਾਇਤਾ ਨਹੀਂ ਕਰ ਸਕਣੀ। ਉਹ ਤੁਹਾਨੂੰ ਜਮਦੂਤਾਂ ਤੋਂ ਨਹੀਂ ਛੁਡਾ ਸਕਦੇ। ਇਹ ਤੇ ਪਰਮਾਤਮਾ ਦਾ ਨਾਮ ਜਿਹੜਾ ਤੁਸੀਂ ਜਪੋਗੇ ਨਾ, ਇਹੀ ਸਹਾਈ ਹੋਏਗਾ। ਜਮਦੂਤ ਤੁਹਾਨੂੰ ਲਿਜਾ ਹੀ ਨਹੀਂ ਸਕਣਗੇ। ਨਾਮ ਜਪਣ ਵਾਲੇ ਦੇ ਜਮਦੂਤ ਨੇੜੇ ਹੀ ਨਹੀਂ ਆਉਂਦੇ, ਇਸ ਲਈ ਉਹਨੂੰ ਜਮਣ ਦਾ ਡਰ ਹੀ ਨਹੀਂ ਹੁੰਦਾ। ਨਾਮ ਜਪਣ ਵਾਲਾ ਕਿਸੇ ਜਮਦੂਤ ਤੋਂ ਨਹੀਂ ਡਰਦਾ। ਉਹਨੂੰ ਪਤਾ ਹੈ ਪਰਮਾਤਮਾ ਨੇ ਹੁਕਮ ਕੀਤਾ ਹੋਇਆ ਹੈ ਯਮਰਾਜ ਨੂੰ ਕਿ ਜਿੱਥੇ ਮੇਰਾ ਨਾਮ ਜਪਿਆ ਜਾ ਰਿਹਾ, ਤੇਰੇ ਜਮ ਉੱਥੇ ਨਹੀਂ ਜਾਣੇ ਚਾਹੀਦੇ, ਉੱਥੇ ਨਹੀਂ ਜਾਣੇ ਚਾਹੀਦੇ। ਇਸ ਲਈ ਨਾਮ ਜਪਣਾ ਚਾਹੀਦਾ। ਅੰਤਲੇ ਸਮੇਂ ਇਹੀ ਸਾਡੀ ਸਹਾਇਤਾ ਕਰਦਾ। ਉਦੋਂ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਸਹਾਇਤਾ ਨਹੀਂ ਕਰ ਸਕਦਾ, ਨਾਮ ਸਹਾਇਤਾ ਕਰਦਾ। ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਕਹੋ ਨਾਨਕ ਹਰ ਭਜ ਮਨਾ, ਨਿਰਭੈ ਪਾਵੈ ਬਸ। ਕਿਉਂਕਿ ਮਨ ਨੂੰ ਕਿਹਾ, ਇਸ ਲਈ ਪਾਵੇਂ। ਹੇ ਮਨਾ ਤੂੰ ਪਾ ਲਵੇਂਗਾ। ਜਨਮ ਜਨਮ ਭਰਮਤ ਫਿਰਿਓ, ਕਦੇ ਕਿਸੇ ਜਨਮ 'ਚ ਕਦੇ ਕਿਸੇ ਜਨਮ ਭਟਕਦਾ ਰਿਹਾ, ਭਟਕਦਾ ਰਿਹਾ। ਮਿਟਿਓ ਨਾ ਜਮ ਕੋ ਤਰਾਸ, ਪਰ ਜਮਾਂ ਦਾ ਡਰ ਖਤਮ ਨਹੀਂ ਹੋਇਆ। ਤਰਾਸ ਹੁੰਦਾ ਡਰ।
ਜਮਾਂ ਦਾ ਡਰ ਨਹੀਂ ਖਤਮ ਹੋਇਆ। ਬਥੇਰੇ ਜਨਮ ਲਏ, ਜਮਾਂ ਦਾ ਡਰ ਬਣਿਆ ਰਿਹਾ। ਕਿਉਂ? ਨਾਮ ਨਹੀਂ ਜਪਿਆ। ਨਾਮ ਨਹੀਂ ਜਪਿਆ, ਹੋਰ ਸਾਰੇ ਕੰਮ ਕੀਤੇ। ਇਸ ਬੰਦੇ ਨੂੰ ਪੈਸੇ ਦੇ ਕੇ ਜੋ ਮਰਜ਼ੀ ਕਰਾ ਲਓ, ਇਹ ਪੈਸੇ ਲੈ ਕੇ ਕੰਮ ਕਰਨ ਵਾਲਾ ਹੈ। ਤਾਂ ਹੀ ਕਈ ਵਾਰੀ ਮਾਂ ਪਿਓ ਨੂੰ ਕਹਿਣਾ ਹੁੰਦਾ, ਮੈਂ ਇਹ ਬੱਚਿਆਂ ਨਾਲ ਥੋੜ੍ਹੇ ਬਹੁਤੇ ਪੈਸੇ ਦੇ ਕੇ ਨਾ ਤਾਂ ਕੰਮ ਕਰਿਆ ਕਰੋ ਕਰਦਾ। ਇੱਕ ਨੂੰ ਕਹਿੰਦਾ, ਲੈ ਵੀ ਸਜਣਾ ਤੂੰ ਝਾੜੂ ਫੇਰ, ਤੈਨੂੰ 10 ਰੁਪਈਏ ਮਿਲਣਗੇ। ਦੂਜੇ ਨੂੰ ਕਹਿੰਦਾ, ਲੈ ਵੀ ਤੂੰ ਪੋਚਾ ਫੇਰ, ਤੈਨੂੰ ਵੀ 10 ਰੁਪਈਏ ਮਿਲਣਗੇ। ਨੌਕਰਾਣੀ ਨੂੰ ਵੀ ਤਾਂ ਦਿੰਦੇ ਹੀ ਪੈਸੇ, ਉਹ ਕਿਹੜਾ ਮੁਫਤ ਝਾੜੂ ਫੇਰਦੀ ਪੋਚਾ ਫੇਰਦੀ, ਦਿੰਦੇ ਪੈਸੇ। ਅਤੇ ਕਈ ਵਾਰੀ ਉਹ ਮੱਥੇ 'ਤੇ ਜਾਣ ਬੁੱਝ ਕੇ ਪੱਟੀ ਜਿਹੀ ਬੰਨ੍ਹ ਕੇ ਆਉਂਦੀ, ਬੀਬੀ ਜੀ ਅੱਜ ਮੇਰਾ ਸਿਰ ਦੁਖਦਾ, ਚਾਹ ਦਾ ਕੱਪ ਪਿਲਾ ਦਿਓ। ਅਤੇ ਬੀਬੀ ਉਹਨੂੰ ਚਾਹ ਪਿਲਾ ਰਹੀ ਹੈ। ਬਗਾਨਿਆਂ ਨੂੰ ਪੈਸੇ ਦੇਣ ਨਾਲ ਆਪਣੇ ਬੱਚਿਆਂ ਨੂੰ ਦੇ ਕੇ ਕੰਮ ਕਰਾ ਲਓ। ਛੋਟੀ ਉਮਰ ਦੇ ਵਿੱਚ ਹੀ ਕੰਮ ਕਰਨ ਦੀ ਆਦਤ ਪੈ ਜਾਏਗੀ। ਉਹਨਾਂ ਨੂੰ ਵੱਡੇ ਹੋ ਕੇ ਕੰਮ ਕਰਨ ਤੋਂ ਸ਼ਰਮ ਨਹੀਂ ਲੱਗੇਗੀ। ਛੋਟੀ ਉਮਰ 'ਚ ਉਹਨੂੰ ਕਹਾ, ਲੈ ਝਾੜੂ ਲੈ, ਗਲੀ 'ਚ ਝਾੜੂ ਫੇਰ, ਘਰ ਦੇ ਸਾਹਮਣੇ ਜਿੰਨੀ ਗਲੀ ਹੈ ਨਾ, ਇਹ 'ਚ ਝਾੜੂ ਫੇਰ, ਤੈਨੂੰ ਇੰਨੇ ਪੈਸੇ ਮਿਲਣਗੇ। ਬੱਚਾ ਪੈਸੇ ਦੇ ਲਾਲਚ ਆ ਕੇ ਫੇਰ ਦੇਗਾ, ਹੌਲੀ ਹੌਲੀ ਦੀ ਸੰਗ ਲੈ ਜਾਏਗੀ। ਫਿਰ ਉਹਦੀ ਸੰਗ ਲੈ ਜਾਏਗੀ। ਅੱਜ ਦਾ ਨੌਜਵਾਨ ਹਿੰਦੁਸਤਾਨ 'ਚ ਕੰਮ ਕਰਕੇ ਰਾਜੀ ਨਹੀਂ, ਪੰਜਾਬ 'ਚ ਕੰਮ ਕਰਕੇ ਰਾਜੀ ਨਹੀਂ। ਇਹ ਨਹੀਂ ਕਿ ਕੰਮ ਨਹੀਂ ਹੈਗਾ। 30 ਲੱਖ ਭਈਆ ਪੰਜਾਬ 'ਚ ਰਹਿੰਦਾ, 30 ਲੱਖ। ਉਹਨਾਂ ਨੂੰ ਕੰਮ ਮਿਲਿਆ ਹੋਇਆ ਤਾਂ ਹੀ ਰਹਿੰਦੇ ਨੇ। ਜੇ ਅਸੀਂ ਕਰ ਲਈਏ ਫਿਰ ਲੋੜ ਹੀ ਨਹੀਂ ਉਹਨਾਂ 30 ਲੱਖ ਦੀ। ਜੋ ਉਹ ਕੰਮ ਕਰਦੇ ਨੇ ਉਹੀ ਤੁਸੀਂ ਕਰਨਾ ਸ਼ੁਰੂ ਕਰ ਦਿਓ। ਇੱਥੇ ਹੀ ਰੁਜ਼ਗਾਰ ਬਹੁਤ ਹੈ, ਪਰ ਕਿਉਂਕਿ ਬਚਪਨ ਤੋਂ ਮਾਂ ਪਿਓ ਨੇ ਕੰਮ 'ਤੇ ਲਾਇਆ ਹੀ ਨਹੀਂ ਹੈ, ਅਤੇ ਉਹਨੂੰ ਲੱਗਦਾ ਅੱਛਾ ਅਸੀਂ ਇਹ ਕੰਮ ਕਰੀਏ। ਜਿਹੜੇ ਕਹਿੰਦੇ ਅਸੀਂ ਇਹ ਕੰਮ ਕਰੀਏ, ਬਾਹਰ ਜਾ ਕੇ ਉਹੀ ਕੰਮ ਕਰ ਰਹੇ ਹੁੰਦੇ ਨੇ। ਜਿਹੜੇ ਕਹਿੰਦੇ ਅਸੀਂ ਇੱਥੇ ਆਹ ਕੰਮ ਕਰੀਏ, ਉਹਨਾਂ ਨੂੰ ਇੱਥੇ ਸੰਗ ਲੱਗਦੀ ਹੈ। ਬਾਹਰ ਕਿਉਂਕਿ ਸਾਰੇ ਹੀ ਉਹ ਕੰਮ ਕਰ ਰਹੇ ਹੁੰਦੇ, ਫਿਰ ਇਸ ਲਈ ਸੰਗ ਨਹੀਂ ਲੱਗਦੀ। ਨਾਲੇ ਬਾਹਰ ਆ ਕੇ ਹੁਣ ਭੁੱਖਾ ਮਰਦੇ ਕੰਮ 'ਤੇ ਕੋਈ ਕਰੇਗਾ ਨਾ, ਖਾਏਗਾ ਕਿੱਥੋਂ? ਜੇ ਉਸੇ ਤਰ੍ਹਾਂ ਹੀ ਬੱਚੇ ਨੂੰ ਸ਼ੁਰੂ ਤੋਂ ਹੀ ਕੰਮ ਦੀ ਆਦਤ ਪਾਈ ਹੁੰਦੀ, ਉਹਨੂੰ ਸੰਗ ਹੀ ਨਹੀਂ ਸੀ ਲੱਗਣੀ। ਹੁਣ ਨਹੀਂ ਸੀ ਸੰਗ ਲੱਗਣੀ। ਹੁਣ ਅਸੀਂ ਖੇਤੀਬਾੜੀ ਛੋਟੇ ਹੁੰਦੇ ਕਰਦੇ ਸੀ, ਟੀਚਰ ਵੀ ਲੱਗ ਗਏ ਸੀ। ਗਰਮੀਆਂ ਛੁੱਟੀਆਂ ਹੋਣ, ਉਦੋਂ ਜੀਰੀ ਲਾਉਣ ਦਾ ਟਾਈਮ ਹੁੰਦਾ ਸੀ। ਜੀਰੀ ਜੂਰੀ ਲਵਾ ਕੇ ਛੁੱਟੀਆਂ ਦੇ ਵਿੱਚ ਫਿਰ ਵਾਪਸ ਸਕੂਲ ਜਾਂਦੇ ਸੀ। ਕਦੇ ਵੀ ਨਹੀਂ ਸੀ ਮਨ 'ਚ ਵੀ ਅਸੀਂ ਟੀਚਰ ਲੱਗੇ ਹਾਂ ਜੀ, ਅਸੀਂ ਤਾਂ MA BEd ਆ ਜੀ, ਅਸੀਂ ਜੀਰੀ ਲਾਈਏ ਜੀ। ਅੱਜ ਦੇ ਤੁਸੀਂ ਜਵਾਕ ਨੂੰ ਕਹਿ ਕੇ ਦੇਖੋ, ਅਖਬਾਰਾਂ ਵਾਲੇ ਛਾਪਦੇ ਨੇ MA BEd ਜੀਰੀ ਲਾ ਰਿਹਾ ਜੀ, ਕੋਈ ਮਾੜੀ ਗੱਲ ਹੈ? ਆਪਣੀ ਜੀਰੀ ਲਾ ਰਿਹਾ। ਭਈਏ ਕਰੋਨਾ ਵਾਇਰਸ ਕਾਰਨ ਚਲੇ ਗਏ ਫੌਰਨ ਆਪਣੇ ਆਪਣੇ ਦੇਸ਼ਾਂ ਨੂੰ, ਪਿੱਛੇ ਮਜ਼ਦੂਰਾਂ ਦੀ ਕਮੀ ਰਹਿ ਗਈ। ਜੱਟਾਂ ਦੇ ਕਈ ਮੁੰਡੇ ਆਪ ਜੀਰੀ ਲਾਉਣ ਲੱਗ ਪਏ, ਇਹ 'ਚ ਕੀ ਮਾੜੀ ਗੱਲ ਹੈ? ਅਤੇ ਅਖਬਾਰ 'ਚ ਲਿਖਿਆ BA MA ਵਾਲੇ ਜੀਰੀ ਲਾ ਰਹੇ ਨੇ ਜੀ, ਕੋਈ ਮਾੜੀ ਗੱਲ ਹੈ ਬਈ? ਉਹ ਵੀ ਲਿਖੇ, ਉਹ ਵੀ ਹੈਰਾਨੀ ਪ੍ਰਗਟ ਕਰਦੇ ਨੇ ਵੀ BA MA ਵਾਲੇ ਜੀਰੀ ਲਾ ਰਹੇ ਨੇ, ਆਪਣੀਆਂ ਹੀ ਲਾ ਰਹੇ ਨੇ, ਕੋਈ ਮਾੜਾ ਕਰ ਰਹੇ ਕੁਛ? ਮਾਂ ਪਿਓ ਦਾ ਹੱਥ ਹੀ ਵਟਾ ਰਹੇ ਨੇ। ਸਾਡਾ ਯੂਥ ਕੰਮ ਨਹੀਂ ਕਰਦਾ। ਇਹ 5 ਰੁਪਏ ਕਿਲੋ ਸਬਜ਼ੀ ਮੰਡੀ 'ਚ ਦੇ ਕੇ ਆਉਂਦਾ, ਟਰਾਲੀ ਲਿਆਉਂਦਾ ਭਰ ਕੇ, 5 ਰੁਪਏ ਕਿਲੋ ਦਿੰਦਾ। ਉੱਥੇ ਬੈਠੇ ਜਿਹੜੇ ਬੰਦੇ ਨੇ ਨਾ, ਉਹ ਉਸੇ ਵੇਲੇ ਹੀ 8 ਰੁਪਏ ਕਿਲੋ ਦੂਜਿਆਂ ਨੂੰ ਦੇ ਦਿੰਦੇ, ਛੋਟੇ ਨੂੰ। ਉਹ ਜਿਨ੍ਹਾਂ ਨੇ 8 ਰੁਪਏ ਕਿਲੋ ਲਈ, ਉਹ ਉੱਥੇ ਹੀ ਬੈਠੇ ਇਹ ਰੇਹੜੀ ਵਾਲਿਆਂ ਨੂੰ 12 ਰੁਪਏ ਕਿਲੋ ਵੇਚ ਦਿੰਦੇ ਨੇ। ਅਤੇ ਰੇਹੜੀ ਵਾਲੇ ਉਹੀ ਜਿਹੜੀ ਜੱਟ 5 ਰੁਪਏ ਕਿਲੋ ਸਬਜ਼ੀ ਵੇਚ ਕੇ ਗਿਆ ਸੀ, ਸਾਨੂੰ ਇੱਥੇ ਆ ਕੇ ਬਾਜ਼ਾਰ 30 ਜਾਂ 35 ਰੁਪਏ ਕਿਲੋ ਹੀ ਮਿਲਦੀ ਹੈ। ਵੀ ਤੁਸੀਂ ਵੇਚ ਲਓ ਸਿੱਧੀ,
ਤੁਸੀਂ ਟਰਾਲੀ ਲੈ ਆਓ ਗਲੀਆਂ 'ਚ, 5 ਰੁਪਏ ਥਾਂ ਤੁਸੀਂ 70 ਰੁਪਏ ਵੇਚਣੀ ਸ਼ੁਰੂ। ਜਦੋਂ ਮੈਨੂੰ ਬਾਜ਼ਾਰ 'ਚ 30 ਰੁਪਏ ਦੀ ਚੀਜ਼ ਮਿਲਦੀ ਹੈ ਅਤੇ ਉਹ ਮੈਨੂੰ ਮੇਰੇ ਬੂਹੇ ਅੱਗੇ ਮੈਨੂੰ 70 ਰੁਪਏ ਦਿੰਦਾ, ਕਿਉਂ ਨਹੀਂ ਮੈਂ ਉਸ ਤੋਂ ਲਾਂਗਾ? ਕਿਉਂ ਲਾਂਗਾ? ਆਪਣੀਆਂ ਮੰਡੀਆਂ ਸਰਕਾਰ ਨੇ ਖੋਲ੍ਹੀਆਂ, ਜਿਹੜੇ ਚੌਂਕ ਸਨ ਕਲੋਨੀਆਂ 'ਚ, ਉੱਥੇ ਕਿਸਾਨ ਮੰਡੀ ਉਹਦਾ ਨਾਂ ਰੱਖਿਆ ਵੀ ਤੁਸੀਂ ਆਪਣੀ ਫਸਲ ਆਪ ਆ ਕੇ ਵੇਚ ਲਓ, ਆਪਣੀਆਂ ਸਬਜ਼ੀਆਂ ਆਪਣੇ ਆਪ ਆ ਕੇ ਵੇਚ ਲਓ। ਕੌਣ ਖੜੇ? ਉੱਥੇ ਭਈਆਂ ਨੂੰ ਵੇਚ ਗਏ, ਉਹ ਭਈਏ 10 ਰੁਪਏ ਕਿਲੋ ਲੈ ਕੇ ਉੱਥੇ ਖੜੇ 30 ਰੁਪਏ ਕਿਲੋ ਵੇਚ ਰਹੇ ਨੇ, ਉੱਥੇ ਖੜੇ 30 ਰੁਪਏ ਕਿਲੋ ਵੇਚ ਰਹੇ। ਅਸੀਂ ਕੰਮ ਕਰਕੇ ਰਾਜ਼ੀ ਨਹੀਂ ਹੈਗੇ। ਹਾਂ, ਪਰਦੇਸਾਂ ਧੱਕੇ ਖਾ ਕੇ ਉੱਥੇ ਇਹੀ ਕੰਮ ਕਰਨ ਨੂੰ ਤਿਆਰ ਹਾਂ, ਇੱਥੇ ਕਰਨ ਨੂੰ ਤਿਆਰ ਨਹੀਂ ਹੈਗੇ, ਕਿਉਂਕਿ ਛੋਟੀ ਉਮਰ 'ਚ ਲਾਇਆ ਹੀ ਨਹੀਂ ਹੈਗਾ। ਇਹ ਮਾਮਾ ਨੂੰ ਪੁੱਤਰ ਲਾੜੇ ਲੱਗਦੇ ਨੇ, ਇਹਨੇ ਵਿਗਾੜੇ ਹੁੰਦੇ ਨੇ ਬਹੁਤੇ। ਬੱਚੇ ਨੂੰ ਵਿਗਾੜਨਾ ਨਹੀਂ ਚਾਹੀਦਾ, ਸਗੋਂ ਉਸ ਨੂੰ ਕੰਮ 'ਤੇ ਲਾਉਣਾ ਚਾਹੀਦਾ। ਕੰਮ ਦੀ ਆਦਤ ਪਾਓ ਉਸ ਨੂੰ, ਤਾਂ ਜੋ ਉਹਨੂੰ ਸੰਗ ਨਾ ਲੱਗੇ। ਹੁਣ ਜਿਹੜਾ ਸਾਨੂੰ ਦੁੱਧ ਦੇ ਕੇ ਜਾਂਦਾ ਉਹ ਆਪ ਹੈ, ਹੁਣ ਤਾਂ ਆਪਣਾ ਡੇਅਰੀ ਫਾਰਮ ਹੈ, ਬਹੁਤ ਸਾਰੀ ਮੱਝਾਂ ਰੱਖੀਆਂ। ਕਹਿੰਦੇ ਅਸੀਂ ਕਿਸੇ ਦੁੱਧੀ ਨੂੰ ਅੱਗੇ ਵੇਚਾਂਗੇ। ਮੰਨ ਲਓ ਦੁੱਧੀ ਨੂੰ ਅਸੀਂ 40 ਰੁਪਏ ਕਿਲੋ ਵੇਚਦੇ ਹਾਂ ਦੁੱਧ, ਉਹ ਤੁਹਾਨੂੰ ਆ ਕੇ ਤੇ 60 ਰੁਪਏ ਕਿਲੋ ਦਿੰਦਾ, ਅਸੀਂ ਕਿਉਂ ਨਾ ਸਿੱਧੇ ਹੀ ਤੁਹਾਨੂੰ ਦੇ ਦਈਏ? ਉਹ ਆਪ ਹੀ ਆਉਂਦੇ ਨੇ। ਹਾਂ, ਸੋਚ ਵਧੀਆ। ਦੁੱਧੀ ਆ ਕੇ ਉਹੀ ਮੱਝ ਦਾ ਦੁੱਧ ਤੁਹਾਨੂੰ 60 ਰੁਪਏ ਕਿਲੋ ਦੇਗਾ, 60 ਤੋਂ 40 ਰੁਪਏ ਕਿਲੋ ਲਏਗਾ ਉੱਥੇ। ਅਸੀਂ ਆਪ ਹੀ ਸਿੱਧੇ ਹੀ ਆ ਕੇ ਵੇਚਦੇ ਹਾਂ। ਆਪਣੇ ਸਵੇਰੇ ਤਾਰਾਂ ਕੱਢੀਆਂ, ਦੋਨੋਂ ਭਰਾ ਤੁਰ ਪਏ ਨੇ, ਡਰਮੀਆਂ ਲੈ ਕੇ ਵੇਚ ਕੇ ਮੁੜ ਕੇ ਵਾਪਸ ਚਲੇ ਜਾਂਦੇ। ਇਹ ਲੋਕ ਤਰੱਕੀ ਕਰਦੇ ਨੇ। ਜਿਹੜੇ ਕਿਹੜਾ ਜਾਊਗਾ, ਕਿਹੜਾ ਘਰ ਘਰ ਉੱਥੇ ਫਿਰੇਗਾ ਜੀ, ਕਿਸੇ ਦੁੱਧੀ ਨੂੰ ਵੇਚ ਦਿਓ ਜੀ ਸਾਹ ਵੇਲੇ ਦੇ ਵੇਲੇ, ਅਤੇ ਫਿਰ ਕਹਿਣਗੇ ਕੋਈ ਗੁਜ਼ਾਰਾ ਨਹੀਂ ਹੁੰਦਾ ਜੀ, ਬਚਦਾ ਨਹੀਂ ਹੈ ਜੀ। ਜੀਵਨ ਜਿਉਣ ਦਾ ਚੱਜ ਹੀ ਨਹੀਂ ਹੈਗਾ। ਕੁਚੱਜੇ ਕਦੇ ਸੁਖੀ ਨਹੀਂ ਹੋਇਆ ਕਰਦੇ, ਸੁਖੀ ਲੋਕ ਸੁਚੱਜੇ ਹੀ ਹੋਇਆ ਕਰਦੇ ਹਨ। ਮਨੁੱਖ ਦਿਨੋਂ ਦਿਨ ਕੁਚੱਜਾ ਹੋਈ ਜਾਂਦਾ। ਸੋ ਗੁਰੂ ਮਹਾਰਾਜ ਕਹਿੰਦੇ, ਜਨਮ ਜਨਮ ਭਰਮਤ ਫਿਰਿਓ, ਮਿਟਿਓ ਨਾ ਜਮ ਕੋ ਤਰਾਸ। ਬੜੇ ਜਨਮ ਲਏ, ਭਟਕਦਾ ਰਿਹਾ, ਜਮਾਂ ਦਾ ਡਰ ਨਹੀਂ ਖਤਮ ਹੋਇਆ। ਕਹੋ ਨਾਨਕ ਹਰ ਭਜ ਮਨਾ, ਹੇ ਮਨਾ ਤੂੰ ਨਾਮ ਜਪ, ਨਿਰਭੈ ਪਾਵੇਂ ਬਸ। ਫਿਰ ਤੈਨੂੰ ਨਿਰਭੈ ਪਰਮਾਤਮਾ ਨੂੰ ਕਹਿੰਦਾ, ਜਿਹਨੂੰ ਜਿਹੜਾ ਭੈ ਤੋਂ ਰਹਿਤ ਹੈ, ਉਹਦੇ ਤੇਰਾ ਵਾਸਾ ਹੋ ਜਾਏਗਾ। ਤੈਨੂੰ ਨਿਰਭਉ ਦੀ ਪਦਵੀ ਪ੍ਰਾਪਤ ਹੋ ਜਾਏਗੀ, ਤੂੰ ਨਿਰਭਉ ਹੋ ਜਾਏਗਾ, ਕਿਉਂਕਿ ਤੈਨੂੰ ਪਤਾ ਮੈਂ ਨਾਮ ਜਪਿਆ। ਜਮਦੂਤਾਂ ਦੀ ਕੀ ਤਾਕਤ ਹੈ ਮੇਰੇ ਕੋਲ ਆ ਜਾਣ, ਤੂੰ ਉਹਨਾਂ ਤੋਂ ਭੈ ਰਹਿਤ ਹੋ ਜਾਏਗਾ। ਨਾਮ ਜਪ, ਫਿਰ ਤੇਰੇ ਜਮਦੂਤ ਨਹੀਂ ਲੈ ਆਉਣਗੇ, ਤੂੰ ਨਿਰਭੈ ਪਦਵੀ ਪ੍ਰਾਪਤ ਕਰ ਲਏਗਾ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਜਤਨ ਬਹੁਤ ਮੈਂ ਕਰ ਰਹਿਓ, ਮਿਟਿਓ ਨਾ ਮਨ ਕੋ ਮਾਨ। ਦੁਰਬਤ ਸਿਉ ਨਾਨਕ ਫਦਿਓ, ਰਾਖ ਲਿਓ ਭਗਵਾਨ। ਯਤਨ ਬਹੁਤ ਮੈਂ ਕਰ, ਬੜੇ ਯਤਨ ਕੀਤੇ ਕਿ ਮਨ 'ਚੋਂ ਕਿਸੇ ਤਰ੍ਹਾਂ ਹੰਕਾਰ ਮਿਟ ਜਾਏ। ਬੜੇ ਯਤਨ ਕੀਤੇ ਵੀ ਕਿਸੇ ਤਰ੍ਹਾਂ ਮਨ 'ਚੋਂ ਹੰਕਾਰ ਮਿਟ ਜਾਏ। ਹੁਣ ਹੰਕਾਰ ਕਿਉਂ ਨਹੀਂ ਮਿਟਦਾ? ਦੁਰਮਤ ਸਿਉ ਨਾਨਕ ਫਦਿਓ। ਭੈੜੀ ਮੱਤ 'ਚ ਫਸਿਆ ਹੋਇਆ, ਮੱਤ ਹੀ ਭੈੜੀ ਹੈ, ਭੈੜੇ ਕੰਮਾਂ 'ਚ ਫਸਿਆ ਹੋਇਆ ਹੈ, ਅਤੇ ਕਹਿੰਦੇ ਮੇਰੇ ਮਨ ਦਾ ਮਾਣ ਖਤਮ ਹੋ ਜਾਏ। ਐ ਨਹੀਂ ਹੁੰਦਾ। ਸ਼ੁਭ ਕਰਮ ਕਰਨੇ ਪੈਣਗੇ। ਦੁਰਮਤ ਦੀ ਥਾਂ 'ਤੇ ਗੁਰਮਤ ਗ੍ਰਹਿਣ ਕਰਨੀ ਪਏਗੀ। ਮਨ ਮਤ ਜੀ ਦੁਰਮਤ ਹੈ। ਮਨ ਮਤੀਆ ਬੰਦਾ ਹੀ ਦੁਰਮਤ ਹੁੰਦੀ ਉਹਦੇ ਅੰਦਰ। ਅਸੀਂ ਦੁਰਮਤ ਛੱਡਣੀ ਹੈ, ਮਨ ਮਤ ਛੱਡਣੀ ਹੈ, ਗੁਰਮਤ ਗ੍ਰਹਿਣ ਕਰਨੀ ਹੈ। ਜਦੋਂ ਗੁਰਮਤ ਗ੍ਰਹਿਣ ਕਰ ਲਾਂਗੇ ਨਾ, ਇਹ ਹੰਕਾਰ ਆਪੇ ਖਤਮ ਹੋ ਜਾਏਗਾ।
ਸੁਖਨੀ ਸਾਧ ਦੀ 7ਵੀਂ ਅਸ਼ਟਪਦੀ, ਜਿਹਦੇ ਪਹਿਲੇ ਸ਼ਲੋਕ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਲਈ ਇੱਕੋ ਅਸ਼ਟਪਦੀ ਪੜ੍ਹ ਲਓ, ਫਿਰ ਉੱਥੇ ਤੁਹਾਡਾ ਪਤਾ ਲੱਗੇ ਵੀ ਉਹ ਮੇਰੇ ਕੋਲ ਜੋ ਕੁਛ ਹੈ ਤੇ ਪਰਮਾਤਮਾ ਨੇ ਦਿੱਤਾ, ਮੈਂ ਐਵੇਂ ਹੰਕਾਰ ਕਰੀ ਨਾ, ਮੇਰਾ ਤਾਂ ਹੈ ਹੀ ਕੁਛ ਨਹੀਂ ਹੈ। ਘਰ ਹੈ ਇਹ ਵੀ ਪਰਮਾਤਮਾ ਦਿੱਤਾ ਹੋਇਆ, ਜਿਹੜੇ ਮੈਂ ਕੱਪੜੇ ਵਧੀਆ ਪਾ ਰਿਹਾ ਇਹ ਵੀ ਪਰਮਾਤਮਾ ਦਿੱਤੇ ਹੋਏ ਨੇ, ਜਿਹੜੀ ਮੈਂ ਨੌਕਰੀ ਕਰ ਰਿਹਾ ਇਹ ਵੀ ਪਰਮਾਤਮਾ ਦੀ ਦਿੱਤੀ ਹੋਈ ਹੈ, ਜਿਹੜਾ ਮੇਰਾ ਆਦਰ ਮਾਣ ਹੋ ਰਿਹਾ ਵੀ ਪਰਮਾਤਮਾ ਕਰਵਾ ਰਿਹਾ ਹੈ। ਪੜ੍ਹ ਕੇ ਦੇਖੋ ਅਸ਼ਟਪਦੀ, ਇੱਕ ਇੱਕ ਲਾਈਨ ਉਹਦੀ ਧਿਆਨ ਨਾਲ ਪੜ੍ਹ ਕੇ ਦੇਖੋ। ਉਹਦਾ ਸ਼ਲੋਕ ਹੈ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਕਹਿੰਦੇ ਇਹ ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਮੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਿਟ ਜਾਵੇ। ਅਤੇ ਫਿਰ ਅੱਗੇ ਸਾਰੀ ਅਸ਼ਟਪਦੀ ਦੱਸਿਆ ਵੀ ਕਿਵੇਂ ਮਿਟੂ, ਕਿਵੇਂ ਮਿਟੂ। ਅੱਗੇ ਦੱਸਿਆ ਹੈ, ਇਨਸਾਨ ਜੋ ਕੁਛ ਵੀ ਤੇਰੇ ਕੋਲ ਹੈ ਇਹ ਸਭ ਪਰਮਾਤਮਾ ਦਿੱਤਾ ਹੋਇਆ, ਤੂੰ ਕਦੇ ਹੰਕਾਰ ਕਰਦਾ? ਜੇ ਤੂੰ ਆਪਣੇ ਯਤਨਾਂ ਨਾਲ ਕੁਝ ਪ੍ਰਾਪਤ ਕੀਤਾ ਹੋਵੇ, ਲੱਗਦਾ ਆਪਾਂ ਨੂੰ ਐਂ ਹੀ ਹੈ। ਮੈਂ 16 ਘੰਟੇ ਕੰਮ ਕੀਤਾ ਜੀ ਤਾਂ ਪੈਸੇ ਜੋੜੇ ਨੇ। 16 ਘੰਟੇ ਕੰਮ ਕਰਨ ਦੀ ਸਮਰੱਥਾ ਤੈਨੂੰ ਕਿਹਨੇ ਦਿੱਤੀ? ਜੇ ਰੱਬ ਤੈਨੂੰ ਤੰਦਰੁਸਤੀ ਨਾ ਰੱਖਦਾ ਫਿਰ ਕਰ ਲੈਂਦਾ 16 ਘੰਟੇ ਕੰਮ। ਕਈ ਬਾਹਰ ਜਾ ਕੇ ਬਿਮਾਰ ਹੋ ਜਾਂਦੇ ਨੇ, ਕਈ ਬਾਹਰ ਜਾ ਕੇ ਬਿਮਾਰ ਹੋ ਜਾਂਦੇ ਨੇ, ਗਏ ਸਨ ਮਾਇਆ ਕਮਾਉਣ, ਸਭ ਉਲਟੀ ਲੱਗ ਗਈ, ਘਰੋਂ ਮੰਗਾਉਂਦੇ ਨੇ, ਕਿਉਂਕਿ ਫੋਰਨ ਕੰਟਰੀ ਡਾਕਟਰੀ ਬਹੁਤ ਜ਼ਿਆਦਾ ਮਹਿੰਗੀ ਹੈ। ਕਿਤੇ ਕੈਨੇਡਾ ਅਮਰੀਕਾ ਤੁਸੀਂ ਬਿਮਾਰ ਹੋ ਗਏ ਨਾ, ਸਾਲ ਭਰ 'ਚ ਜਿੰਨਾ ਤੁਸੀਂ ਕਮਾਈ ਇੱਕੋ ਦਿਨ 'ਚ ਤੁਹਾਡਾ ਲੱਗ ਜਾਣਾ, ਇੰਨੀ ਮਹਿੰਗੀ ਡਾਕਟਰੀ ਹੈ ਉੱਥੇ, ਦਿਵਾਲਾ ਨਿਕਲ ਜਾਂਦਾ ਉੱਥੇ। ਫਿਰ ਬੜੀ ਸਮੱਸਿਆ। ਇਹ ਨਹੀਂ ਕਿ ਤੁਸੀਂ ਹੁਣ ਬਿਮਾਰ ਹੋ ਤੁਹਾਨੂੰ ਹੁਣੇ ਹੀ ਦਾਖਲ ਕਰ ਲੈਣਾ, ਪਹਿਲਾਂ ਅਪੁਆਇੰਟਮੈਂਟ ਲਵੋ। ਉਹ 3 ਦਿਨ 4 ਦਿਨ ਦੇਣਗੇ, ਫਲਾਣੇ ਦਿਨ ਆਇਓ, ਢਿੱਡ ਪੀੜ ਹੋਣ ਹੋ ਰਹੀ ਹੈ, ਬੁੱਧਵਾਰ ਨੂੰ ਕਹਿੰਦੇ ਐਤਵਾਰ ਨੂੰ ਆਇਓ, ਫਿਰ ਐਤਵਾਰ ਨੂੰ ਅੱਛਾ ਹੁਣ ਫਲਾਣੇ ਟੈਸਟ ਕਰੋ, ਹੁਣ 15 ਦਿਨਾਂ ਨੂੰ ਆਇਓ, ਉਹਨੂੰ ਜਿਹੜਾ ਬਾਰ ਬੁਰ ਜਾਂਦਾ। ਇੱਕ ਬੀਬੀ ਆਈ ਡੈਂਟਿਸਟ ਦੇ ਬੈਠਾ, ਮੈਂ ਤੁਸੀਂ ਕਿੱਥੋਂ ਆਏ ਜੀ? ਕਹਿੰਦੇ ਮੈਂ ਅਮਰੀਕਾ ਤੋਂ ਆਈ। ਵੇ ਕਿਉਂ ਆਏ ਹੋ? ਕਹਿੰਦੀ ਉੱਥੇ ਤਾਂ ਇੰਨੇ ਪੈਸੇ ਲੱਗਦੇ ਨੇ ਆ ਦੰਦ ਲਵਾਉਣ ਦੇ ਕਿ ਦਿਵਾਲਾ ਨਿਕਲ ਜਾਂਦਾ। ਕਹਿੰਦੇ ਮੈਂ ਹੁਣ ਅਮਰੀਕਾ ਤੋਂ ਆਈ ਹਾਂ, 35,000 ਰੁਪਏ ਇੱਕ ਪਾਸੇ ਦਾ ਲਾ ਕੇ, 35,000 ਰੁਪਏ ਲਾ ਕੇ ਮੈਂ ਵਾਪਸ ਜਾਵਾਂਗੀ, 70,000 ਉਹ, ਅਤੇ ਇੱਥੇ ਜਿਹੜਾ ਦੰਦਾਂ ਵਾਲਿਆਂ ਨੂੰ ਦੇਵਾਂਗੀ ਤਾਂ ਵੀ ਨਾਲੇ ਮੈਂ ਘਰ ਮਿਲ ਚੱਲੀ ਹਾਂ ਮਹੀਨਾ, ਅਤੇ ਫਿਰ ਵੀ ਮੈਨੂੰ ਬੱਚਤ ਹੈ। ਉੱਥੇ ਤਾਂ ਕਦੀ ਇੰਨੀ ਛਿੱਲ ਲਾਉਂਦੇ ਨੇ, ਬਾਹਰਲੇ ਸਾਰੇ ਆ ਕੇ ਹਿੰਦੁਸਤਾਨ ਦੰਦ ਠੀਕ ਕਰਾਉਂਦੇ ਨੇ, ਉੱਥੇ ਇੰਨੀ ਛਿੱਲ ਲਾਉਂਦੇ ਨੇ ਡੈਂਟਿਸਟ, ਕਰਾ ਹੀ ਨਹੀਂ ਸਕਦੇ, ਪੈਸੇ ਕੋਲ ਇੰਨਾ ਕੋਈ ਨਹੀਂ ਹੈਗਾ। ਇਹ ਤਾਂ ਉਹ ਜੀ ਦੂਰ ਦੇ ਢੋਲ ਸੁਹਾਵਣੇ ਹੁੰਦੇ ਨੇ, ਕਹਾਵਤ ਹੈ, ਕਹਾਵਤ ਹੈ, ਦੂਰ ਦੇ ਢੋਲ ਸੁਹਾਵਣੇ ਹੁੰਦੇ ਨੇ, ਨੇੜੇ ਜਾਈ ਉਹੀ ਰੌਲਾ ਜਿਹਾ ਲੱਗਦਾ ਵੀ ਕੀ ਇਹ ਰੌਲਾ ਜਿਹਾ ਪਾਈ ਜਾਂਦੇ ਨੇ। ਸੋ ਗੁਰੂ ਮਹਾਰਾਜ ਕਹਿੰਦੇ ਦੁਰਮਤ ਸਿਉ ਨਾਨਕ ਫਦਿਓ। ਇਹ ਅੰਦਰੋਂ ਮਾਨ ਕਿਉਂ ਨਹੀਂ ਜਾ ਰਿਹਾ? ਇਹ ਮਨ ਜਿਹੜਾ ਦੁਰਮਤ 'ਚ ਫਸਿਆ ਹੋਇਆ ਹੈ, ਇਹਦੇ ਅੰਦਰ ਦੁਰਮਤ ਹੈ। ਰਾਖ ਲਿਓ ਭਗਵਾਨ, ਹੈ ਪ੍ਰਮਾਤਾ ਮੇਰੇ 'ਤੇ ਕਿਰਪਾ ਕਰੋ, ਮੈਨੂੰ ਇਸ ਦੁਰਮਤ ਤੋਂ ਮੇਰੀ ਰੱਖਿਆ ਕਰੋ, ਤਾਂ ਜੋ ਮੇਰੇ ਅੰਦਰੋਂ ਹੰਕਾਰ ਖਤਮ ਹੋਵੇ। ਬੇਨਤੀ ਕਰਨੀ, ਬੇਨਤੀ ਕੀਤੀ ਗੱਲ ਬਣੇਗੀ। ਜੇ ਮੇਰੇ ਆਪਣੇ ਯਤਨਾਂ ਦੇ ਰਹੇ ਹੰਕਾਰ ਪੈਦਾ ਹੋਵੇਗਾ। ਅੰਮ੍ਰਿਤ ਵੇਲੇ ਉੱਠ ਪਏ ਹੋ ਕਿਸੇ ਦਿਨ, ਲੋਕਾਂ ਨਾਲ ਦੱਸਦੇ ਫਿਰੋ ਮੈਂ ਇੰਨੇ ਵਜੇ ਉੱਠਿਆ, ਅੱਜ ਮੁੜ ਕੇ ਨਹੀਂ ਉੱਠਣਾ। ਪਰਮਾਤਮਾ ਦੇ ਸ਼ੁਕਰਗੁਜ਼ਾਰ ਸੱਚੇ ਪਾਤਸ਼ਾਹ ਤੇਰੀ ਤੂੰ ਕਿਰਪਾ ਕੀਤੀ, ਅੱਜ ਮੈਨੂੰ ਅੰਮ੍ਰਿਤ ਵੇਲੇ ਉਠਾਇਆ, ਭਜਨ ਬੰਦੀ ਕਰਾਈ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਹੀ ਕਰੀ। ਭਜਨ ਬੰਦੀ ਜੀ ਵਿਖਾਵਾ ਨਹੀਂ ਕਰੀਦਾ,
ਵਿਖਾਵਾ ਨਹੀਂ ਕਰੀਦਾ। ਮੈਂ ਅੰਮ੍ਰਿਤ ਵੇਲੇ ਉੱਠਦਾ ਜੀ, ਮੈਂ ਫਿਰ ਸਿਮਰਨ ਕਰਦਾ, ਮੈਂ ਫਿਰ ਬਾਣੀ ਪੜ੍ਹਦਾ ਜੀ, ਮੈਂ ਫਿਰ ਆਹ ਕਰਦਾ, ਮੈਂ ਉਹ ਕਰਦਾ, ਮੈਂ ਸਾਰਾ ਦਿਨ ਲੱਗਾ ਰਹਿਣਾ ਜੀ। ਐ ਨਹੀਂ ਲੋਕਾਂ ਨੂੰ ਦੱਸਦੇ ਫਿਰਨਾ। ਹਾਂ, ਕੋਈ ਖਾਸ ਨਜ਼ਦੀਕੀ ਪੁੱਛਦਾ ਹੈ ਵੀ ਤੁਸੀਂ ਸਾਰਾ ਦਿਨ ਕੀ ਕਰਦੇ ਬਾਬਾ ਜੀ, ਕਿਵੇਂ ਤੁਹਾਡਾ ਸਮਾਂ ਬੀਤਦਾ ਹੈ, ਤੁਸੀਂ ਇਕੱਲੇ ਰਹਿੰਦੇ ਹੋ, ਕਿਵੇਂ ਤੁਹਾਡਾ ਜੀਅ ਲੱਗਦਾ ਹੈ, ਦਿਨੇ ਵੀ ਰਾਤ ਨੂੰ ਵੀ। ਉਦੋਂ ਮੈਂ ਦੱਸ ਸਕਦਾ ਅਗਲੇ ਨੂੰ ਕਿ ਭਾਈ ਮੈਂ ਆਹ ਕੁਛ ਕਰਦਾ, ਇਸ ਲਈ ਮੈਨੂੰ ਇਕੱਲਤਾ ਮਹਿਸੂਸ ਨਹੀਂ ਹੁੰਦੀ। ਮੈਨੂੰ ਇਕੱਲਤਾ ਹੀ ਨਹੀਂ ਮਹਿਸੂਸ ਹੁੰਦੀ। ਜੇ ਮੈਂ ਇਕੱਲਾ ਮਹਿਸੂਸ ਕਰਾਂਗਾ ਤਾਂ ਹੀ ਮੇਰਾ ਜੀਅ ਨਹੀਂ ਨਾ ਲੱਗੇਗਾ। ਜਦੋਂ ਮੇਰੀ ਮਿਸਿਸ ਸਵਰਗਵਾਸ ਹੋਈ ਤਾਂ ਕਈ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੇ ਅਤੇ ਸਤਸੰਗੀ ਨੇ ਕਿਹਾ ਅਸੀਂ ਤੁਹਾਡੇ ਕੋਲ ਸੌਂ ਜਿਆ ਕਰਾਂਗੇ ਜੀ, ਵੀ ਤੁਹਾਡਾ ਜੀਅ ਲੱਗੇ। ਮੈਂ ਨਹੀਂ, ਮੇਰਾ ਜੀਅ ਲੱਗਿਆ ਹੋਇਆ, ਮੇਰੇ ਕੋਲ ਸੌਣ ਦੀ ਖੇਚਲ ਨਹੀਂ ਕਰਨੀ। ਮੇਰਾ ਐਸਾ ਰੁਝੇਵਾਂ ਹੈ ਕਿ ਮੇਰਾ ਜੀਅ ਲੱਗਾ ਰਹਿੰਦਾ, ਮੈਨੂੰ ਇਕੱਲਤਾ ਮਹਿਸੂਸ ਨਹੀਂ ਹੁੰਦੀ ਹੈਗੀ। ਤਾਂ ਹੀ ਕਬੀਰ ਸਾਹਿਬ ਕਹਿੰਦੇ ਨੇ, ਕਿਸੇ ਪੁੱਛਿਆ ਕਬੀਰ ਸਾਹਿਬ ਤੁਸੀਂ ਮਾਲਾ ਨਹੀਂ ਰੱਖਦੇ? ਉਹ ਕਹਿੰਦੇ, ਕਬੀਰ ਸਾਹਿਬ ਕਹਿੰਦੇ ਮੇਰੀ ਰਸਨਾ ਤੇ ਰਾਮ ਵਸਤ, ਬਸ ਇਹੀ ਮੇਰੀ ਸਿਮਰਨੀ। ਕਬੀਰ ਮੇਰੀ ਸਿਮਰਨੀ, ਮਾਲਾ ਨੂੰ ਸਿਮਰਨੀ ਵੀ ਕਹਿੰਦੇ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਮੇਰੀ ਰਸਨਾ ਤੇ ਰਾਮ, ਰਾਮ ਵਸ ਕੇ ਬਸ ਇਹੀ ਮੇਰੀ ਮਾਲਾ। ਮੈਨੂੰ ਆ ਵਿਖਾਵੇ ਦੀ ਮਾਲਾ ਨਹੀਂ ਚਾਹੀਦੀ। ਕਈਆਂ ਲੋਕਾਂ ਨੇ ਗਲ 'ਚ ਮਾਲਾ ਪਾਈ ਹੁੰਦੀ ਹੈ, ਕਿਸੇ ਨੇ ਹੱਥ 'ਚ ਪਾਈ ਹੁੰਦੀ ਹੈ, ਵੀ ਲੋਕ ਬੱਲੇ ਬੱਲੇ ਬੜੀ ਮਾਲਾ ਫੇਰਦਾ ਵੀ। ਅਤੇ ਕਈ ਮੈਂ ਦੇਖਿਆ ਮਾਲਾ ਫੇਰਨ ਦੀ ਆਦਤ ਪੈ ਗਈ ਹੈ, ਮੇਰੇ ਨਾਲ ਗੱਲਾਂ ਕਰ ਰਹੇ ਨੇ, ਹੱਥੋਂ ਮਣ ਕੇ ਫੇਰ ਰਿਹਾ। ਉਹ ਆਦਤ ਪੈ ਗਈ ਹੱਥ ਨੂੰ ਮਣ ਕੇ ਫੇਰਨ ਦੀ। ਮੇਰੇ ਨਾਲ ਗੱਲਾਂ ਕਰ ਰਹੇ ਸੰਸਾਰੀ, ਹੱਥ 'ਚ ਮਣ ਕੇ ਫੇਰ। ਮੈਂ ਦੇਖ ਆਦਤ ਪੈ ਗਈ, ਕਿਆ ਫਾਇਦਾ ਹੈ ਮਣ ਕੇ ਫੇਰਨ ਦੀ, ਗੱਲਾਂ ਤੂੰ ਮੇਰੇ ਨਾਲ ਕਰ ਰਿਹਾ। ਤਾਂ ਕਹਿੰਦੇ ਮਨ ਕਾ ਫੇਰ, ਇਹ ਮਨ ਦੇ ਮਣ ਕੇ ਫੇਰ ਨਹੀਂ ਪੈਂਦੇ ਨੇ। ਬਾਹਰਲੇ ਤਾਂ ਇਹ ਲੋਕ ਵਿਖਾਵਾ ਹੋ ਜਾਂਦਾ ਵੀ ਬੱਲੇ ਬੱਲੇ ਬੜੀ ਮਾਲਾ ਫੇਰਦਾ। ਜਿਵੇਂ ਜੋ ਸ਼ੁਰੂ 'ਚ 1992 ਦੇ ਵਿੱਚ ਮੈਂ, ਮੇਰੀ ਮਿਸਿਜ਼, ਹੋਰ ਸੰਗੀ ਮਹਾਂਪੁਰਖ ਸੰਤ ਸੁਖਦੇਵ ਸਿੰਘ ਮਹਾਰਾਜ ਲੋਹਾਰਾ ਸਾਹਿਬ ਮਿਲਣ ਗਏ। ਲਾਈਨ ਲੱਗੀ ਹੋਏ ਮਿਲਣ ਵਾਲਿਆਂ ਦੀ। ਮਿਸਿਜ਼ ਅੱਗੇ ਮੇਰੇ ਤੋਂ, ਮੈਂ ਉਹਨਾਂ ਤੋਂ ਪਿੱਛੇ ਖੜ੍ਹਾ। ਉਹਨਾਂ ਨੇ ਮੇਰੀ ਮਿਸਿਜ਼ ਨੂੰ ਮਾਲਾ ਦਿੱਤੀ ਕਿ ਬੀਬਾ ਰੋਜ਼ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਹਾ ਧੋ ਕੇ ਇਹ 5 ਮਾਲਾ ਫੇਰਿਆ ਕਰੋ ਮੂਲ ਮੰਤਰ ਦੀਆਂ। ਉਹ ਤਾਂ ਠੀਕ ਹੈ, ਗਿਣਤੀ ਸੀ, ਗਿਣਤੀ ਕਰਨੀ ਸੀ ਨਾ, ਇਸ ਲਈ ਮਾਲਾ ਦੀ ਲੋੜ ਪੈ ਗਈ। ਫਿਰ ਮੇਰੀ ਵਾਰੀ ਆ ਗਈ, ਮੈਂ ਵੀ ਅੱਗੇ ਹੱਥ ਕੀਤੇ ਵੀ ਸ਼ਾਇਦ ਮੈਨੂੰ ਮਾਲਾ ਦੇਣਗੇ। ਮੈਨੂੰ ਕਿਹਾ ਨਹੀਂ, ਤੁਹਾਨੂੰ ਮਾਲਾ ਦੀ ਲੋੜ ਨਹੀਂ, ਤੁਸੀਂ ਸਿਮਰਨ ਕਰਨਾ। ਅਤੇ ਸਿਮਰਨ 'ਚ ਮਾਲਾ ਦੀ ਲੋੜ ਨਹੀਂ ਹੁੰਦੀ। ਸਿਮਰਨ 'ਚ ਮਾਲਾ ਦੀ ਕੀ ਲੋੜ? ਮਾਲਾ ਦੀ ਤਾਂ ਉੱਥੇ ਲੋੜ ਹੈ ਜਿੱਥੇ ਸਾਨੂੰ ਕੋਈ ਗਿਣਤੀ ਦਾ ਸ਼ਬਦ ਦਿੱਤਾ ਹੈ ਕਿ ਇਸ ਸ਼ਬਦ ਨੂੰ ਤੂੰ 108 ਵਾਰੀ ਪੜ੍ਹਨਾ, ਉਦੋਂ ਮਾਲਾ ਦੀ ਲੋੜ ਹੈ। ਵੀ ਸਿਮਰਨ ਕਰਨਾ, ਵਾਹਿਗੁਰੂ ਵਾਹਿਗੁਰੂ ਕਰਨਾ, ਉੱਠਦੇ ਹਾਂ, ਬੈਠਦੇ ਹਾਂ, ਤੁਰਦੇ ਹਾਂ, ਫਿਰਦੇ ਹਾਂ, ਕਰੀ ਜਿਹਨੂੰ ਤਾਂ ਮਾਲਾ ਦੀ ਕੀ ਲੋੜ ਹੈ? ਧਿਆਨ ਮਾਲਾ ਵੱਲ ਹੋ ਜਾਏਗਾ ਅਤੇ ਧਿਆਨ ਸਿਮਰਨ ਵੱਲ ਚਾਹੀਦਾ। ਮਾਲਾ ਸਿਮਰਨ ਕਰਨ ਵਾਲਿਆਂ ਨੂੰ ਮਾਲਾ ਦੀ ਲੋੜ ਨਹੀਂ। ਸੋ ਗੁਰੂ ਮਹਾਰਾਜ ਕਹਿੰਦੇ ਬਾਲ ਜਵਾਨੀ ਅਰ ਬਿਰਧ ਫੁਨ, ਤੀਨ ਅਵਸਥਾ ਜਾਨ, ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। 3 ਅਵਸਥਾਵਾਂ ਹੁੰਦੀਆਂ, ਹਰ ਕਿਤੇ ਤਾਂ ਨਹੀਂ ਆਉਂਦੀਆਂ। ਕਈ ਬਚਪਨ 'ਚ ਹੀ ਮਰ ਜਾਂਦੇ ਨੇ, ਜਵਾਨੀ ਬੁਢਾਪਾ ਆਉਂਦਾ ਹੀ ਨਹੀਂ ਉਹਨਾਂ 'ਤੇ ਵਿਚਾਰਿਆਂ 'ਤੇ। ਕਈ ਜਵਾਨੀ 'ਚ ਮਰ ਜਾਂਦੇ ਨੇ, ਉਹਨਾਂ 'ਤੇ ਬੁਢਾਪਾ ਨਹੀਂ ਆਉਂਦਾ। ਪਰ 3 ਅਵਸਥਾਵਾਂ ਮੰਨੀਆਂ ਗਈਆਂ, ਬਾਲ ਜਵਾਨੀ ਅਰ ਬਿਰਧ ਫੁਨ। ਬਚਪਨ, ਜਵਾਨੀ ਅਤੇ ਬੁਢਾਪਾ, 3 ਅਵਸਥਾ ਜਾਂ ਇਹ 3 ਅਵਸਥਾਵਾਂ ਮਨੁੱਖ। ਅਗਰ ਲੰਮੀ ਉਮਰ ਹੋਵੇ ਤਾਂ ਬਚਪਨ ਵੀ ਆਵੇਗਾ, ਜਵਾਨੀ ਵੀ ਆਵੇਗੀ, ਬੁਢਾਪਾ ਵੀ ਆਵੇਗਾ। ਕਹੋ ਨਾਨਕ ਹਰ ਭਜਨ ਬਿਨ, ਬਿਰਥਾ ਸਭ ਹੀ ਮਾਨ। ਜੇ ਬਚਪਨ 'ਚ ਭਜਨ ਬੰਦਗੀ ਨਹੀਂ ਕੀਤੀ, ਬਚਪਨ ਐਵੇਂ ਹੀ ਗਿਆ।
ਜਵਾਨੀ 'ਚ ਭਜਨ ਬੰਦਗੀ ਨਹੀਂ ਕੀਤੀ, ਜਵਾਨੀ ਐਵੇਂ ਗਈ। ਅਤੇ ਜੇ ਬੁਢਾਪੇ 'ਚ ਵੀ ਨਹੀਂ ਕੀਤੀ ਤਾਂ ਬੁਢਾਪਾ ਵੀ ਐਵੇਂ ਹੀ ਗਿਆ, ਐਵੇਂ ਹੀ ਗਿਆ। ਇਹ ਵਿਅਰਥ ਚਲੇ ਗਏ। ਇਸ ਲਈ ਬੱਚੇ ਨੂੰ ਬਚਪਨ ਦੇ ਵਿੱਚ ਹੀ ਭਜਨ ਬੰਦਗੀ ਵਾਲੇ ਪਾਸੇ ਲਾਈਦਾ, ਤਾਂ ਥੋੜ੍ਹਾ ਬਹੁਤਾ ਲਾਲਚ ਦੇਣਾ ਪਵੇ ਵੀ ਲੈ ਬਈ 5 ਮੂਲ ਮੰਤਰ ਦਾ ਜਾਪ ਕਰ 5 ਵਾਰ, ਫਿਰ ਕੋਈ ਖਾਣ ਨੂੰ ਥੋੜ੍ਹੀ ਬਹੁਤੀ ਚੀਜ਼ ਦੇ ਦਿੱਤੀ, ਬੱਚਾ ਖੁਸ਼ ਹੋ ਜਾਂਦਾ। ਸਾਡੇ ਕੋਲ ਇਤਿਹਾਸ ਹੈ, ਬਾਬਾ ਫਰੀਦ ਜੀ ਨੂੰ ਬਚਪਨ ਵਿੱਚ ਸ਼ੱਕਰ ਖਾਣ ਦਾ ਸ਼ੌਕ ਸੀ। ਬੱਚੇ ਦਾ ਆਪਣਾ ਆਪਣਾ ਸ਼ੌਕ ਹੁੰਦਾ। ਕਈ ਵਾਰੀ ਅੱਡ ਅੱਡ ਡੱਬੇ ਮਠਿਆਈ ਦੇ ਜਾਂਦੇ ਨੇ, ਬੱਚਿਆਂ ਨੂੰ ਕਹੀਦਾ ਭਾਈ ਤੁਸੀਂ ਪ੍ਰਸ਼ਾਦ ਲੈ ਲਓ। ਮੈਂ ਦੇਖਿਆ ਕੋਈ ਰਸਗੁੱਲਾ ਖਾ ਰਿਹਾ, ਕਿਸੇ ਨੂੰ ਗੁਲਾਬ ਜਾਮੁਨ ਪਸੰਦ ਹੈ, ਕਿਸੇ ਨੂੰ ਜਿਹੜਾ ਲਾਲ ਰੰਗ ਦੇ ਲੱਡੂ ਪਸੰਦ ਨੇ, ਕਿਸੇ ਨੂੰ ਕੋਈ ਚੀਜ਼ ਪਸੰਦ ਹੈ। ਸਾਰਿਆਂ ਨੂੰ ਇੱਕ ਨਹੀਂ ਹੁੰਦੀ, ਆਪਣੀ ਆਪਣੀ ਪਸੰਦ ਹੁੰਦੀ। ਉਹਦੀ ਪਸੰਦ ਵੇਖ ਕੇ ਉਹਨੂੰ ਉਸਦਾ ਲਾਲਚ ਦਿਓ ਅਤੇ ਉਹਦਾ ਭਜਨ ਬੰਦਗੀ ਕਰਾਓ। ਇੱਕ ਵਾਰੀ ਭਜਨ ਬੰਦਗੀ ਦੀ ਆਦਤ ਪੈ ਗਈ, ਫਿਰ ਆਪੇ ਕਰਦਾ ਰਹੇਗਾ। ਜਿਨ੍ਹਾਂ ਨੇ ਪਹਿਲੀ ਵਾਰੀ ਨਸ਼ਾ ਕੀਤਾ, ਯਾਦ ਰੱਖਿਓ, ਜਿਹੜੇ ਨਸ਼ਾ ਕਰਨ ਵਾਲੇ ਨਾ, ਜਿਹੜਾ ਨਵਾਂ ਆਇਆ ਨਾ ਨਸ਼ਾ ਕਰਨ, ਉਹਨੂੰ ਮੁਫਤ ਦਿੰਦੇ ਨੇ, ਕੋਈ ਪੈਸਾ ਨਹੀਂ ਲੈਂਦੇ ਉਸ ਤੋਂ। ਉਹ ਤੂੰ ਖਾ ਕੇ ਤਾਂ ਦੇਖ, ਤੂੰ ਜੀਭ 'ਤੇ ਰੱਖ ਕੇ ਤਾਂ ਦੇਖ, ਸਵਰਗ ਦੇ ਝੂਟੇ ਹੋਣਗੇ। ਜਦੋਂ ਮੈਂ ਪੜ੍ਹਾਉਂਦਾ ਹੁੰਦਾ ਸੀ, ਮੈਂ ਸੋਸ਼ਲ ਸਟੱਡੀਜ਼ ਵੀ ਪੜ੍ਹਾਉਂਦਾ ਸੀ ਇੰਗਲਿਸ਼ ਦੇ ਨਾਲ ਨਾਲ। 10ਵੀਂ ਨੂੰ ਮੈਂ ਪੜ੍ਹਾ ਰਿਹਾ ਸੋਸ਼ਲ ਸਟੱਡੀਜ਼, ਸਮਾਜਿਕ ਵਿਗਿਆਨ। ਕੁਦਰਤੀ ਗੱਲ ਚੱਲ ਪਈ, ਭਾਈ ਸ਼ਰਾਬ ਨਹੀਂ ਪੀਣੀ ਚਾਹੀਦੀ, ਨਸ਼ੇ ਨਹੀਂ ਕਰਨੇ ਚਾਹੀਦੇ। ਇੱਕ ਬੱਚਾ ਉੱਠਿਆ, ਕਹਿੰਦਾ ਸਰ ਜੀ ਤੁਸੀਂ ਸ਼ਰਾਬ ਨਹੀਂ ਪੀਂਦੇ? ਮੈਂ ਨਾ ਭਾਈ, ਮੈਂ ਤਾਂ ਬਚਪਨ ਤੋਂ ਕਦੇ ਨਹੀਂ ਪੀਤੀ। ਕਹਿੰਦਾ ਸਰ ਜੀ ਪੀ ਕੇ ਦੇਖੋ, ਸਵਰਗ ਦੇ ਝੂਟੇ ਆਉਂਦੇ ਆ। ਮੈਂ ਭਰਾਵਾ ਤੂੰ ਲਈ ਜਾ, ਮੈਂ ਤਾਂ ਵੈਸੇ ਹੀ ਸਵਰਗ 'ਚ। ਤੈਨੂੰ ਸਵਰਗ ਦੀ ਲੋੜ ਹੈ, ਮੈਂ ਤਾਂ ਵੈਸੇ ਜਨਮ ਤੋਂ ਸਵਰਗ 'ਚ ਰਹਿਣਾ, ਮੈਂ ਤਾਂ ਨਰਕ ਵੇਖਿਆ ਹੀ ਨਹੀਂ ਹੈਗਾ। ਮੈਂ ਤਾਂ ਭਰਾਵਾ ਨਰਕ ਹੀ ਨਹੀਂ ਵੇਖਿਆ, ਮੈਂ ਤਾਂ ਬਚਪਨ ਤੋਂ ਸਵਰਗ 'ਚ ਰਹਿਣਾ, ਤੂੰ ਲੈ ਲਾ ਝੂਟੇ। 10ਵੀਂ ਤੋਂ 11ਵੀਂ 'ਚ ਆਇਆ, +2 'ਚ ਆ ਗਿਆ। +2 'ਚ ਪੜ੍ਹਦਾ, ਸਵੇਰੇ ਪ੍ਰੇਅਰ ਹੋ ਰਹੀ ਹੈ, ਮੈਂ ਸਟੇਜ 'ਤੇ ਖੜ੍ਹਾ। ਇੱਕ ਬੱਚਾ ਆਇਆ ਮੇਰੇ ਕੰਨ 'ਚ ਆ, ਕਹਿੰਦਾ ਸਰ ਜੀ ਉਹ ਜਿਹੜਾ ਮੁੰਡਾ ਤੁਹਾਨੂੰ ਕਹਿੰਦਾ ਸੀ ਨਾ ਸਵਰਗ ਦੇ ਝੂਟੇ ਆਉਂਦੇ ਨੇ, ਉਹ ਰਾਤੀ ਸ਼ਰਾਬ ਪੀ ਕੇ ਮਰ ਗਿਆ ਹੈ। ਮੈਂ ਉਸੇ ਵੇਲੇ ਪ੍ਰਿੰਸੀਪਲ ਨੂੰ ਦੱਸਿਆ ਵੀ ਆਪਣਾ ਵਿਦਿਆਰਥੀ ਇਸ ਤਰ੍ਹਾਂ ਮਰ ਗਿਆ ਹੈ। ਉਹ ਪ੍ਰਿੰਸੀਪਲ ਵੀ ਸਟੇਜ 'ਤੇ ਆ ਕੇ ਉਹਨਾਂ ਪਹਿਲਾਂ ਅਫਸੋਸ ਕੀਤਾ ਵਿਦਿਆਰਥੀਆਂ ਦੇ ਨਾਲ ਕਿ ਭਾਈ ਆਪਣਾ +2 ਦਾ ਫਲਾਣੇ ਪਿੰਡ ਦਾ ਵਿਦਿਆਰਥੀ ਸੀ। ਉਹਨਾਂ ਇਹ ਤਾਂ ਨਹੀਂ ਕਿ ਸ਼ਰਾਬ ਪੀ ਕੇ ਮਰ ਗਿਆ ਹੈ, ਵੀ ਚੰਗਾ ਨਹੀਂ ਲੱਗਦਾ ਮਰਗ 'ਤੇ ਗੱਲਾਂ ਕਹਿਣੀਆਂ, ਵੀ ਅਫਸੋਸ ਦੇ ਵਿੱਚ ਛੁੱਟੀ ਕੀਤੀ ਜਾਂਦੀ ਹੈ। ਮੈਂ ਦਿਲ ਸੋਚੇ, ਮੈਂ ਲੈ ਲਾ ਸਵਰਗ ਦੇ ਝੂਟੇ। ਜਿਹਨੂੰ ਕਹਿੰਦਾ ਸਵਰਗ ਦੇ ਝੂਟੇ ਆਉਣਗੇ ਉਹ ਤਾਂ 78 ਸਾਲ ਤੱਕ ਜਿਉਂਦਾ ਹੈ, ਅਤੇ ਜਿਹੜਾ ਕਹਿੰਦਾ ਸਵਰਗ ਦੇ ਝੂਟੇ ਆਉਂਦੇ ਨੇ ਉਹ 18 ਸਾਲ ਦੀ ਉਮਰ 'ਚ ਹੀ ਮਰ ਗਿਆ, 18 ਸਾਲ ਦੀ ਉਮਰ 'ਚ ਮਰ ਗਿਆ। ਇਹ ਜਦੋਂ ਨਸ਼ੇ 'ਤੇ ਕੋਈ ਲੱਗਦਾ ਨਾ, ਮੈਨੂੰ ਰਿਪੋਰਟਾਂ ਮਿਲੀਆਂ ਨੇ, ਪਹਿਲਾਂ ਉਹਨੂੰ ਮੁਫਤ ਖੁਆਇਆ ਪਿਆ ਜਾਂਦਾ, ਕੋਈ ਪੈਸਾ ਨਹੀਂ ਲੈ ਜਾਂਦਾ, ਅਗਲੇ ਦਿਨ ਵੀ ਮੁਫਤ, ਅਗਲੇ ਦਿਨ ਵੀ ਮੁਫਤ। ਜਦੋਂ 15 ਕੁ ਦਿਨਾਂ 'ਚ ਉਹਨੂੰ ਆਦਤ ਪੈ ਜਾਂਦੀ ਨਸ਼ੇ ਦੀ, ਫਿਰ ਕਹਿੰਦੇ ਹੁਣ ਭਾਵੇਂ ਘਰ ਦੇ ਭਾਂਡੇ ਵੇਚ, ਹੁਣ ਆਪੇ ਖਾ, ਆਪੇ ਖਾ। ਇੱਕ ਮਾਤਾ ਮੇਰੇ ਕੋਲ ਆਉਂਦੀ ਹੈ, ਕਹਿੰਦੇ ਮੇਰੇ ਮੁੰਡਾ ਜੇ ਸ਼ਰਾਬ ਪੀਣੀ ਹੁੰਦੀ ਨਾ, ਘਰ ਦੇ ਭਾਂਡੇ ਹੀ ਵੇਚ ਆਉਂਦਾ, ਪੈਸੇ ਤਾਂ ਮਿਲਦੀ, ਮੈਂ ਤਾਂ ਆਪ ਗਰੀਬ ਹਾਂ, ਮੈਨੂੰ ਕਿੱਥੋਂ ਪੈਸੇ ਦੇਵਾਂ, ਘਰ ਦੇ ਭਾਂਡੇ ਵੇਚ ਕੇ ਕਹਿੰਦੇ ਸ਼ਰਾਬ ਪੀ ਲੈਂਦਾ। ਆਦਤ ਪੈ ਗਈ ਨਾ, ਹੁਣ ਛੁੱਟਦੀ ਨਹੀਂ। ਸਤ ਸੰਗਤ ਕਰਨੀ ਨਹੀਂ, ਸ਼ਰਾਬ ਛੁੱਟਣੀ ਨਹੀਂ, ਅਕਲ ਆਉਣੀ ਨਹੀਂ, ਗੁਰੂ ਦੀ ਕਿਰਪਾ ਹੋਣੀ ਨਹੀਂ। ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਗੁਰੂ ਦੀ ਸੰਗਤ ਕਰਦੇ ਹਾਂ, ਗੁਰੂ ਮਹਾਰਾਜ ਦੀ ਆਪਣੇ ਆਪ ਹੀ ਕਿਰਪਾ ਸਾਡੇ 'ਤੇ ਹੁੰਦੀ ਰਹਿੰਦੀ ਹੈ। ਇਹ ਜ਼ਰੂਰੀ ਨਹੀਂ ਕਿ ਬੋਲ ਕੇ ਕਹਿਣ ਜਾ ਸਿੱਖਾ ਤੇਰੇ 'ਤੇ ਕਿਰਪਾ ਕੀਤੀ, ਨਹੀਂ। ਜਦੋਂ ਆਪਾਂ ਗੁਰੂ ਮਹਾਰਾਜ ਦੀ ਸੰਗਤ ਕਰਦੇ ਹਾਂ, ਉਹਨਾਂ ਦੀ ਸਤਸੰਗ ਕਰਦੇ ਹਾਂ, ਉਹਨਾਂ ਦੀ ਕਿਰਪਾ ਆਪਣੇ ਆਪ ਹੀ ਹੁੰਦੀ ਰਹਿੰਦੀ ਹੈ। ਜਿਹੜੇ ਸਤਸੰਗ ਕਰਦੇ ਨੇ, ਵਾਕਈ ਸਤਸੰਗ ਕਰਦੇ ਨੇ,
ਹੁਣ ਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਰਹਿੰਦੀ ਕਿ ਮੇਰਾ ਸਿੱਖ ਮੇਰੀ ਗੱਲ ਸੁਣਨ ਆਇਆ ਅਤੇ ਬੜੇ ਧਿਆਨ ਨਾਲ ਸੁਣ ਰਿਹਾ ਹੈ। ਕੀਰਤਨ ਹੋ ਰਿਹਾ, ਬੈਠੋ ਸੁਣੋ। ਕਥਾ ਵਾਰਤਾ ਹੋ ਰਹੀ ਹੈ ਗੁਰਬਾਣੀ ਦੀ, ਸੁਣੋ ਬੈਠੋ। ਗੁਰੂ ਦੀ ਵੈਸੇ ਹੀ ਕਿਰਪਾ ਹੋ ਜਾਏਗੀ। ਕਿਸੇ ਕੋਲ ਵੀ ਤੁਸੀਂ ਜਾਈ ਜਾਓ ਜਾਈ ਜਾਓ ਜਾਈ ਜਾਓ, ਤੁਹਾਡੀ ਉਹਨਾਂ ਨਾਲ ਜਾਣਕਾਰੀ ਹੋ ਜਾਏਗੀ। ਜਾਣਕਾਰੀ ਦੀ ਤੁਹਾਡੇ 'ਤੇ ਕਿਰਪਾ ਹੋ ਜਾਏਗੀ, ਕਿਰਪਾ ਹੋ ਜਾਏਗੀ ਤੁਹਾਡੀ। ਕਿ ਜਿੱਥੇ ਜਾਣਕਾਰੀ ਹੋਵੇਗੀ ਉੱਥੇ ਸਹਾਇਤਾ ਵੀ ਹੋ ਜਾਏਗੀ। ਜੋ ਗੁਰੂਆਂ ਦੇਖ ਰਹੇ ਮੇਰਾ ਸਿੱਖ ਰੋਜ਼ ਆਉਂਦਾ ਹੈ, ਮੇਰਾ ਮੈਨੂੰ ਮੱਥਾ ਟੇਕ ਕੇ ਨਹੀਂ ਜਾਂਦਾ, ਮੇਰੀ ਗੱਲ ਵੀ ਸੁਣਦਾ ਹੈ, ਅਤੇ ਫਿਰ ਜਾ ਕੇ ਉਸ ਗੱਲ ਨੂੰ ਮੰਨਦਾ ਵੀ ਹੈ, ਅਤੇ ਗੁਰੂ ਦੀ ਆਪੇ ਹੀ ਕਿਰਪਾ ਹੋ ਜਾਣੀ ਹੈ। ਬਾਣੀ ਨੇ ਤੁਹਾਨੂੰ ਬੋਲ ਕੇ ਨਹੀਂ ਕਹਿਣਾ, ਜੇ ਸਰੀਰ ਹੁੰਦਾ ਸ਼ਾਇਦ ਬੋਲ ਕੇ ਦੱਸ ਦਿੰਦੇ। ਕਿਰਪਾ ਹੁੰਦੀ ਰਹਿੰਦੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਇਹ 3 ਅਵਸਥਾਵਾਂ ਹੁੰਦੀਆਂ, ਬਾਲ, ਜਵਾਨੀ ਔਰ ਬਿਰਧ। ਬਚਪਨ, ਜਵਾਨੀ ਅਤੇ ਫਿਰ ਬੁਢਾਪਾ। ਇਹ 3 ਅਵਸਥਾ ਸਮਝ ਲੈ ਕੇ 3 ਅਵਸਥਾ ਹੁੰਦੀਆਂ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਅਤੇ ਜੇ ਤੁਸੀਂ ਭਜਨ ਬੰਦਗੀ ਨਹੀਂ ਕੀਤੀ, ਸਮਝੋ ਸਾਰੀਆਂ ਅਵਸਥਾਵਾਂ ਵਿਅਰਥ ਚਲੀਆਂ ਗਈਆਂ। ਬਚਪਨ ਵੀ ਐਵੇਂ ਹੀ ਗਿਆ, ਜਵਾਨੀ ਵੀ ਐਵੇਂ ਹੀ ਗਈ, ਬੁਢਾਪਾ ਵੀ ਐਵੇਂ ਹੀ ਗਿਆ। ਬੜੇ ਦੇਖੇ ਬੁੱਢੇ ਮੈਂ ਭਜਨ ਬੰਦਗੀ ਨਹੀਂ ਕਰਦੇ, ਤਾਸ਼ ਖੇਡਦੇ ਰਹਿੰਦੇ ਨੇ। 10-12 ਬੁੱਢੇ ਇਕੱਠੇ ਹੋਏ, ਤਾਸ਼ ਖੇਡੀ ਜਾਂਦੇ ਨੇ। ਬੁਢਾਪੇ ਤੱਕ ਵੀ ਗਿਆਨ ਨਹੀਂ ਹੋਇਆ ਕਿ ਅਸੀਂ ਹੁਣ ਮਰਨ ਕਿਨਾਰੇ, ਹੁਣ ਤਾਂ ਭਜਨ ਬੰਦਗੀ ਕਰ ਲਈਏ ਨਾ। ਬੁਢਾਪੇ 'ਚ ਵੀ ਬੱਗੀਆਂ ਦਾੜੀਆਂ ਨੇ, ਰਿਟਾਇਰ ਹੋਏ ਹੋਏ ਨੇ, ਬੈਠੇ ਪਾਰਕਾਂ 'ਚ ਬੈਠੇ ਤਾਸ਼ ਖੇਡ ਰਹੇ ਹੁੰਦੇ ਨੇ। ਜਿਨ੍ਹਾਂ ਬੁਢਾਪੇ 'ਚ ਹੀ ਨਹੀਂ ਕੀਤਾ, ਇਹਦਾ ਮਤਲਬ ਉਹਨਾਂ ਜਵਾਨੀ ਅਤੇ ਬਚਪਨ 'ਚ ਵੀ ਨਹੀਂ ਕੀਤਾ, ਆਦਤ ਹੀ ਨਹੀਂ ਪਈ। ਮੈਂ ਦੇਖਿਆ ਜਿਨ੍ਹਾਂ ਨੂੰ ਜਵਾਨੀ 'ਚ ਆਦਤ ਸੈਰ ਕਰਨ ਦੀ ਆਦਤ ਪੈ ਜਾਏ ਨਾ, ਉਹ ਬੁਢਾਪੇ 'ਚ ਵੀ ਸੈਰ ਕਰਦੇ ਰਹਿੰਦੇ ਨੇ। ਅਤੇ ਜਿਨ੍ਹਾਂ ਨੂੰ ਜਵਾਨੀ 'ਚ ਹੀ ਆਦਤ ਨਹੀਂ ਪੈ ਸੈਰ ਕਰਨ ਦੀ, ਉਹ ਬੁਢਾਪੇ 'ਚ ਵੀ ਨਹੀਂ ਕਰਦੇ। ਬਹੁਤ ਘੱਟ ਨੇ ਜਿਹੜੇ ਬੁਢਾਪੇ ਕਰਦੇ ਨੇ। ਪਰ ਜਿਨ੍ਹਾਂ ਨੂੰ ਜਵਾਨੀ 'ਚ ਸੈਰ ਕਰਨ ਦੀ ਆਦਤ ਪੈ ਜਾਂਦੀ ਨਾ, ਮੈਂ ਦੇਖਿਆ ਬੁਢਾਪੇ 'ਚ ਵੀ ਸੈਰ ਕਰਦੇ ਰਹਿੰਦੇ ਨੇ। ਕਈਆਂ ਨੂੰ ਜਵਾਨੀ 'ਚ ਭੱਜਣ ਦੀ ਆਦਤ ਪੈ ਜਾਂਦੀ ਹੈ। ਮੈਂ ਬੁਢਾਪੇ ਕਈ ਬੁੱਢਿਆਂ ਨੂੰ ਦੌੜਦੇ ਵੀ ਦੇਖਿਆ, ਸੈਰ ਕਰਦੇ ਦੌੜ ਰਹੇ ਹੁੰਦੇ ਨੇ, ਦੌੜ ਰਹੇ ਹੁੰਦੇ ਨੇ। ਕਿਉਂ? ਉਸ ਤੇ ਆਦਤ ਪੈ ਗਈ ਨਾ ਉਹਨਾਂ ਨੂੰ। ਜਦ ਤੁਸੀਂ ਬੱਚੇ ਨੂੰ ਭਜਨ ਬੰਦਗੀ ਦੀ ਆਦਤ ਪਾਓਗੇ, ਉਹ ਜਵਾਨੀ 'ਚ ਵੀ ਕਰੇਗਾ, ਬੁਢਾਪੇ 'ਚ ਵੀ ਕਰੇਗਾ। ਕਿਉਂਕਿ ਬਚਪਨ ਦੇ ਸੰਸਕਾਰ ਸਾਰੀ ਉਮਰ ਨਾਲ ਜਾਂਦੇ ਨੇ। ਬਚਪਨ 'ਚ ਹੀ ਵਧੀਆ ਸੰਸਕਾਰ ਬਣਾਉਣੇ ਚਾਹੀਦੇ ਨੇ। ਹੁਣ ਬਾਪ ਤੇ ਸ਼ਰਾਬ ਪੀ ਕੇ ਘਰ ਆ ਗਿਆ, ਵਿੰਗਾ ਟੇਢਾ ਜਿਹਾ ਤੁਰਦਾ, ਉਹ ਹੁਣ ਬੱਚੇ ਨੂੰ ਕੀ ਸਿੱਖਿਆ ਦੇਗਾ? ਅਤੇ ਉਸ ਤੋਂ ਬੱਚਾ ਕੀ ਸਿੱਖਿਆ ਲਏਗਾ? ਇਹ ਲੋਕਾਂ ਨੂੰ ਆਪ ਹੀ ਨਹੀਂ ਅਕਲ, ਅਤੇ ਬੱਚਿਆਂ ਨੂੰ ਕੀ ਅਕਲ ਦੇਣਗੇ ਇਹ? ਜਿਸ ਮਾਂ ਬਾਪ ਨੂੰ ਆਪ ਹੀ ਨਹੀਂ ਅਕਲ, ਇਹੀ ਸੋਝੀ ਨਹੀਂ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ, ਪਰ ਪੀ ਰਹੇ ਨੇ, ਫਿਰ ਬੱਚੇ ਵੀ ਤਾਂ ਅੱਗੇ ਪੀਣਗੇ। ਇੱਕ ਮੇਰੇ ਕੋਲ ਬਾਪ ਆ ਗਏ, ਕਹਿੰਦੇ ਬਾਬਾ ਜੀ ਕੀ ਦੱਸਾਂ? ਕਹਿੰਦੇ ਮੈਂ ਮੇਰਾ ਪੁੱਤਰ ਜਵਾਨ ਹੈ, ਮੈਂ ਉਹਨੂੰ ਕਿਹਾ ਤੂੰ ਸ਼ਰਾਬ ਨਾ ਪੀਆ ਕਰ। ਕਈ ਦਿਨ ਉਹ ਚੁੱਪ ਕਰਕੇ ਸੁਣਦਾ ਰਿਹਾ। ਇੱਕ ਦਿਨ ਮੈਂ ਉਹਨੂੰ ਕਿਹਾ ਸ਼ਰਾਬ ਨਾ ਪੀਆ ਕਰ। ਉਹ ਮੈਨੂੰ ਕਹਿੰਦਾ ਡੈਡੀ ਸੱਚੋ ਸੱਚ ਦੱਸ, ਤੂੰ ਕਦੋਂ ਸ਼ਰਾਬ ਪੀਣੀ ਛੱਡੀ? ਕਹਿੰਦਾ ਮੈਂ ਉਹਨੂੰ ਕਿਹਾ ਮੈਂ ਜਦੋਂ 40 ਸਾਲ ਦਾ ਸੀ, ਸ਼ਰਾਬ ਪੀਣੀ ਮੈਂ ਬੰਦ ਕਰਤੀ ਸੀ। ਕਹਿੰਦਾ ਡੈਡੀ ਤੇਰਾ ਮੇਰਾ ਵਾਅਦਾ ਰਿਹਾ, ਤੂੰ 40 ਸਾਲ ਦੀ ਉਮਰ ਛੱਡੀ ਸੀ ਨਾ, ਮੈਂ 39 ਸਾਲ ਦੀ ਉਮਰ ਛੱਡ ਦਾਂਗਾ, ਮੈਨੂੰ 39 ਸਾਲ ਤੱਕ ਕੁਛ ਨਾ ਕਹੀਂ। ਕਹਿੰਦਾ ਮੇਰੀ ਬੋਲਤੀ ਬੰਦ ਕਰਾਤੀ। ਕੀ ਸਿੱਖਿਆ ਦੇਗਾ? ਸਿੱਖਿਆ ਦੇਣ ਲਈ ਜ਼ਰੂਰੀ ਹੈ ਕਿ ਪਹਿਲਾਂ ਉਸ ਸਿੱਖਿਆ 'ਤੇ ਆਪ ਅਮਲ ਕਰੋ। ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਮੈਂ ਤੁਹਾਨੂੰ ਬਾਣੀ ਰਾਹੀਂ ਉਪਦੇਸ਼ ਦੇ ਰਿਹਾ, ਆਪ ਇਸ ਉਪਦੇਸ਼ 'ਤੇ ਨਾ ਚੱਲਾਂ ਤਾਂ ਫਿਰ ਮੈਂ ਵੀ ਜੰਮਦਾ ਮਰਦਾ ਰਹਾਂਗਾ, ਫਿਰ ਮੈਂ ਵੀ ਜੰਮਦਾ ਮਰਦਾ ਰਹਾਂਗਾ। ਕਿਉਂ? ਦੂਜੇ ਨੂੰ ਉਪਦੇਸ਼ ਦਿੱਤਾ ਜਾ, ਹੋ ਸਕਦਾ ਕੋਈ ਉਸ ਉਪਦੇਸ਼ ਨੂੰ ਮੰਨ ਕੇ ਆਪਣਾ ਜੀਵਨ ਸਵਾਰ ਲਏ,
ਤੇ ਜਿਹੜਾ ਉਪਦੇਸ਼ ਦੇ ਰਿਹਾ ਉਹਦਾ ਆਪਣਾ ਪਰਸਨਲ ਜੀਵਨ ਵਧੀਆ ਨਹੀਂ ਹੈ, ਉਹ ਜਿਹੇ ਰਹਿ ਗਏ। ਇਸ ਲਈ ਸਾਨੂੰ ਪਹਿਲਾਂ ਆਪ ਮਾਂ ਪਿਓ ਨੂੰ ਠੀਕ ਹੋਣਾ ਪੈਣਾ ਹੈ, ਫਿਰ ਹੀ ਅਸੀਂ ਬੱਚੇ ਨੂੰ ਅੱਗੇ ਸਿੱਖਿਆ ਦੇ ਸਕਦੇ ਹਾਂ। ਅੱਜ ਕੱਲ੍ਹ ਦੇ ਪੁਰਾਣੇ ਬੱਚੇ ਨਹੀਂ ਰਹੇ ਵੀ ਅੱਗੇ ਚੁੱਪ ਕਰ ਰਹਿਣਗੇ। ਅੱਜ ਕੱਲ੍ਹ ਦੇ 10 ਗੱਲਾਂ ਅੱਗੋਂ ਸੁਣਾਉਂਦੇ ਨੇ, ਪਤਾ ਨਹੀਂ ਕਿੱਥੋਂ ਸਿੱਖ ਕੇ ਆਏ ਨੇ। ਕਰੋਨੇ 'ਚ ਘਰ ਨੇ 6 ਮਹੀਨਿਆਂ ਦੇ, ਗੱਲਾਂ ਬੜੀਆਂ ਆਉਂਦੀਆਂ ਫਿਰ ਵੀ। ਚਲੋ ਜੇ ਸਕੂਲ ਜਾਂਦੇ ਤਾਂ ਹੱਸਦੇ ਇੱਕ ਦੂਜੇ ਤੋਂ ਸੁਣ ਕੇ ਸਿੱਖਦੇ ਨਾ, ਬੜੀਆਂ ਆਉਂਦੀਆਂ ਗੱਲਾਂ, ਫਿਰ ਬੜੀ ਗੱਲਾਂ ਆਉਂਦੀਆਂ। ਬਾਪ ਦੀ ਗੱਲ ਨੂੰ ਹੇਠਾਂ ਨਹੀਂ ਡਿੱਗਣ ਦਿੰਦੇ ਅੱਜ ਕੱਲ੍ਹ ਦੇ ਜਵਾਕ। ਬੜਾ ਸਾਵਧਾਨ ਮਾਂ ਪਿਓ ਨੂੰ ਹੋਣਾ ਪੈਣਾ। ਮਾਂ ਪਿਓ ਨੂੰ ਪਹਿਲਾਂ ਆਪ ਸਾਰੀਆਂ ਬੁਰਾਈਆਂ ਛੱਡਣੀਆਂ ਪੈਣੀਆਂ, ਤਾਂ ਜਾ ਕੇ ਬੱਚੇ 'ਤੇ ਕੋਈ ਅਸਰ ਹੋਵੇ। ਇੱਕ ਵਾਰੀ ਸਾਡੇ ਸਕੂਲ ਦਾ PTI ਉਹ ਪੀ ਕੇ ਹੀ ਆਇਆ ਕਰਦਾ ਸੀ, ਸਟੇਜ 'ਤੇ ਖੜ੍ਹ ਕੇ ਨਾ ਕੋਈ ਲੈਕਚਰ ਕਰਨ ਲੱਗ ਪਿਆ। ਜਵਾਕ ਜਿਉਂ ਲੱਗੇ ਹੱਸਣ, ਉਹਦੀ ਗੱਲ ਹੀ ਨਹੀਂ ਕਿਸੇ ਸੁਣੀ। ਮੈਂ ਉਹਨੂੰ ਕੋਲ ਜਾ ਕੇ ਕਿਹਾ, ਮੈਂ ਤੂੰ ਬੰਦ ਕਰ ਦੇ। ਮੈਂ ਪਤਾ ਕਿਉਂ ਹੱਸ ਰਹੇ ਨੇ, ਵੀ ਸ਼ਰਾਬੀ ਕਬਾਬੀ ਸਾਨੂੰ ਸਿੱਖਿਆ ਦੇ ਰਹੇ, ਇਸ ਲਈ ਹੱਸ ਰਹੇ ਨੇ। ਤੂੰ ਉਹਨਾਂ ਸਿੱਖਿਆ ਦਿਆ ਕਰ, ਤੂੰ ਹੀ ਨਹੀਂ ਬਸ ਲੈਫਟ ਰਾਈਟ ਕਰਾ ਦਿਆ ਕਰ ਇਹਨਾਂ ਦੀ। ਜਿੱਦੇ ਸਾਨੂੰ ਪਤਾ ਲੱਗਣਾ ਕਿਸੇ ਅਫਸਰ ਨੇ ਆਉਣਾ, ਪ੍ਰਿੰਸੀਪਲ ਨੇ ਉਹਨੂੰ ਕਹਿਣਾ ਛੁੱਟੀ ਲੈ ਜਾ ਬਈ, ਇੱਥੇ ਕਿਤੇ ਫੜਿਆ ਗਿਆ ਸਿਆਪਾ ਖੜਾ ਕਰਾਂਗੇ, ਤੂੰ ਤਾਂ ਪੀ ਕੇ ਆਉਣਾ, ਪੀ ਕੇ ਆਉਣਾ। ਇੱਕ ਸਾਡਾ ਪ੍ਰਿੰਸੀਪਲ, ਮੈਂ ਕੋਈ ਦਸਤਖਤ ਕਰਾਉਣੇ ਸਨ, ਅੱਧੀ ਛੁੱਟੀ ਤੋਂ ਬਾਅਦ ਦੀ ਗੱਲ ਹੈ। ਉਹਨੇ ਪੈਨ ਫੜਿਆ ਹੱਥ 'ਚ, ਲੱਗੇ ਦਸਤਖਤ, ਹੱਥ ਹਿੱਲੀ ਜਾਂਦਾ ਹੈ, ਦਸਤਖਤ ਨਹੀਂ ਹੁੰਦੇ। ਮੈਨੂੰ ਕਿਹਾ ਜੈਮਲ ਸਿੰਘ ਜੀ, ਕੱਲ੍ਹ ਨੂੰ ਮੈਂ ਸਵੇਰੇ ਪੀ ਕੇ ਆਵਾਂਗਾ, ਤੁਸੀਂ ਸਵੇਰੇ ਸਵੇਰੇ ਦਸਤਖਤ ਕਰਾ ਲਿਓ, ਹੁਣ ਨਹੀਂ ਹੁੰਦੇ, ਹੁਣ ਮੇਰੀ ਉਤਰ ਗਈ ਹੈ। ਪ੍ਰਿੰਸੀਪਲ ਸਵੇਰੇ ਫਿਰ ਮੈਂ ਗਿਆ, ਹਾਂ ਕਹਿੰਦਾ ਲਿਆ ਹੁਣ ਹੀ ਕਰਾ, ਅੱਧੀ ਛੁੱਟੀ ਤੋਂ ਬਾਅਦ ਇਹ ਉਤਰ ਜਾਣੀ ਹੈ, ਇਹ ਤਾਂ ਹੱਥ ਹੀ ਨਹੀਂ ਕੰਮ ਕਰਦੇ, ਹਿੱਲੀ ਜਾਵੇ ਹੱਥ, ਹੱਥ ਹਿੱਲੀ ਜਾਵੇ। ਦੱਸ, ਜੇ ਸਕੂਲ ਦਾ ਪ੍ਰਿੰਸੀਪਲ ਹੀ ਸ਼ਰਾਬੀ ਕਬਾਬੀ ਹੋਵੇ, ਉਹ ਤੇ ਕਿਆ ਬਾਤ ਬਣੇਗੀ। ਚਲੋ ਦਾਤਾ ਭਲੀ ਕਰੇ। ਸੋ ਗੁਰੂ ਮਹਾਰਾਜ ਕਹਿੰਦੇ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਇਓ, ਅਬ ਕਿਉਂ ਰੋਵਤ ਅੰਧ। ਕਰਨੋ ਹੁਤੋ, ਹੁਤੋ ਮੈਨੇ ਜੋ, ਹੁਤੋ ਮੈਨੇ ਜੋ, ਕਰਨੋ ਕਰਨਾ ਸੀ, ਜੋ ਕਰਨਾ ਸੀ ਸੋ ਨਾ ਕੀਓ, ਉਹ ਕੀਤਾ ਨਹੀਂ, ਉਹ ਕੀਤਾ ਨਹੀਂ। ਨਾਮ ਜਪਣਾ ਸੀ, ਉਹ ਜਪਿਆ ਨਹੀਂ। ਕਰਨੋ ਹੁਤੋ, ਹੁਤੋ ਹੁੰਦਾ ਜੋ, ਕਰਨੋ ਮੈਨੇ ਕਰਨਾ ਸੀ, ਜੋ ਕਰਨਾ ਸੀ ਸੋ ਨਾ ਕੀਓ, ਉਹ ਕੀਤਾ ਨਹੀਂ। ਹੁਣ ਸਵਾਲ ਪਿਆ ਕਿਉਂ ਨਹੀਂ ਕੀਤਾ? ਪਰ ਉਹ ਲੋਭ ਕੈ ਫੰਦ, ਲੋਭ 'ਚ ਫਸਿਆ ਹੋਇਆ, ਲੋਭ ਦੀ ਫਾਹੀ ਗਲ 'ਚ ਪਈ ਹੋਈ ਹੈ। ਲਾਲਚ ਮੈਂ ਹੋਰ ਧਨ ਕਮਾਵਾਂ, ਹੋਰ ਪੈਸੇ ਇਕੱਠੇ ਕਰਾਂ, ਹੋਰ ਪੈਸੇ ਇਕੱਠੇ ਕਰਾਂ, ਇਸੇ 'ਚ ਹੀ ਲੱਗਿਆ ਰਿਹਾ, ਅਤੇ ਨਾਮ ਜਪਣਾ ਸੀ ਉਹ ਜਪੇ ਹੀ ਨਾ, ਉਹ ਜਪੇ ਹੀ ਨਾ। ਪਰਮਾਤਮਾ ਨੇ ਜਿਸ ਕੰਮ ਸਾਨੂੰ ਭੇਜਿਆ, ਅਗਰ ਉਹ ਅਸੀਂ ਨਹੀਂ ਕਰਾਂਗੇ ਤਾਂ ਫਿਰ ਸਾਡੀ ਉੱਥੇ ਪੁੱਛ ਪੜਤਾਲ ਹੋਣੀ ਹੈ ਵੀ ਤੈਨੂੰ ਭੇਜਿਆ ਕਾਹਦੇ ਲਈ ਸੀ, ਤੇ ਤੂੰ ਕਰਦਾ ਕੀ ਰਹੇ। ਇਹ ਨਹੀਂ ਕਹਿ ਸਕਦਾ ਜੀ ਮੈਨੂੰ ਪਤਾ ਨਹੀਂ ਸੀ। ਉਹ ਕਹਿੰਦਾ ਮੈਂ ਇੰਨੇ ਸੰਤ, ਇੰਨੇ ਗੁਰੂ, ਇੰਨੇ ਪੀਰ, ਇੰਨੇ ਪੈਗੰਬਰ, ਇੰਨੇ ਅਵਤਾਰ ਸੰਸਾਰ 'ਚ ਭੇਜੇ ਨੇ, ਜਿਹੜੇ ਤੁਹਾਨੂੰ ਦੱਸਦੇ ਰਹੇ ਕਿ ਨਾਮ ਜਪ ਲਓ, ਨਾਮ ਜਪ ਲਓ। ਤੁਸੀਂ ਬਹਾਨੇ ਬਣਾਉਂਦੇ ਹੋ। ਤੁਸੀਂ ਉਹਨਾਂ ਦੀ ਸੁਣੀ ਅਣਸੁਣੀ ਕਰਤੀ। ਫਿਰ ਉਹਨੇ ਜੰਮ ਰੱਖੇ ਹੋਏ ਨੇ, ਜੇ ਪੁਲਿਸ ਡਿਪਾਰਟਮੈਂਟ ਸਰਕਾਰ ਕੋਲ ਹੁੰਦਾ, ਫਿਰ ਕੁਟਾਪਾ ਕਰਾਉਂਦੇ ਨੇ, ਉੱਥੇ ਫਿਰ ਕੁਟਾਪਾ ਹੁੰਦਾ। ਇਸ ਲਈ ਕਹਿੰਦੇ ਜੋ ਕਰਨਾ ਸੀ ਉਹ ਕੀਤਾ ਨਹੀਂ, ਪਰ ਉਹ ਲੋਭ ਕੈ ਫੰਦ, ਲੋਭ ਦੇ ਲਾਲਚ, ਲਾਲਚ 'ਚ ਪਿਆ ਰਿਹਾ, ਲੋਭ ਦਾ ਫੰਦਾ ਗਲ 'ਚ ਪਿਆ ਰਿਹਾ ਵੀ ਹੋਰ ਪੈਸੇ ਇਕੱਠੇ ਕਰ ਲਾਂ, ਹੋਰ ਪੈਸੇ ਇਕੱਠੇ ਕਰ ਲਾਂ। ਨਾਨਕ ਸਮਿਓ ਰਮ ਗਇਓ, ਸਮਿਓ ਮੈਨੇ ਸਮਾਂ, ਰਮ ਹੁੰਦਾ ਬੀਤ ਜਾਣਾ। ਹੁਣ ਸਮਾਂ ਬੀਤ ਗਿਆ,
ਹੁਣ ਬੁੱਢਾ ਹੋ ਗਿਆ, ਹੁਣ ਨਾਮ ਜਪਣ ਦਾ ਸਮਾਂ ਹੀ ਬੀਤ ਗਿਆ। ਅਬ ਕਿਉਂ ਰੋਵਤ ਅੰਧ ਅੰਨਿਆ ਮੂਰਖਾ, ਹੁਣ ਕਿਉਂ ਰੋਣਾ? ਜਦੋਂ ਕਰਨਾ ਸੀ ਉਦੋਂ ਕੀਤਾ ਨਹੀਂ, ਹੁਣ ਹੁੰਦਾ ਨਹੀਂ। ਬੁਢਾਪੇ 'ਚ ਨਹੀਂ ਹੁੰਦਾ, 3300 ਬਿਮਾਰੀਆਂ ਲੱਗ ਜਾਂਦੀਆਂ ਨੇ। ਕੋਈ ਕਹਿੰਦਾ ਮੇਰਾ ਅੱਧਾ ਸਿਰ ਦਰਦ ਹੁੰਦਾ, ਬਾਬਾ ਜੀ ਅੱਧਾ ਸਿਰ ਦਰਦ ਹੁੰਦਾ ਜੀ। ਮੈਂ ਤੈਨੂੰ ਮਾਈਗ੍ਰੇਨ ਹੈ, ਜਾ ਕੇ ਦਵਾਈ ਲੈ। ਇਹਨੂੰ ਕਹਿੰਦੇ ਮਾਈਗ੍ਰੇਨ, ਅੱਧਾ ਸਿਰ ਦਰਦ ਹੋਣਾ ਜੀ, ਅੱਧਾ ਕਈ ਸਾਲਾਂ ਦਾ ਹੋ ਰਿਹਾ ਹੈ। ਹੁਣ ਸਿਰ ਦਰਦ ਹੋ ਰਿਹਾ, ਕੀ ਕਰੇਗਾ? ਵਾਹਿਗੁਰੂ ਵਾਹਿਗੁਰੂ ਦੱਸੋ, ਹੋਵੇਗਾ ਵਾਹਿਗੁਰੂ? ਸੀ ਕਰੇਗਾ ਕਿ ਵਾਹਿਗੁਰੂ ਵਾਹਿਗੁਰੂ ਕਰੇਗਾ? ਕਿਸੇ ਨੂੰ ਸਰਵਾਈਕਲ ਹੋ ਗਈ ਹੈ, ਉਹ ਉੱਪਰ ਨੂੰ ਨਹੀਂ ਵੇਖਦਾ, ਜੇ ਉੱਪਰ ਵੇਖਦਾ ਚੱਕਰ ਆਉਂਦਾ। ਸਰਵਾਈਕਲ ਵਾਲਾ ਉੱਪਰ ਨੂੰ ਨਹੀਂ ਵੇਖ ਸਕਦਾ। ਇਹ ਨਹੀਂ ਵੀ ਛੱਤ ਵੇਖ ਲੇਗਾ, ਗੁਰਦਾ ਦੀ ਛੱਤ ਕਿਹੋ ਜਿਹੀ ਅੰਦਰੋਂ, ਨਾ ਐਂ ਕੀਤਾ ਨਹੀਂ ਤੇ ਉਹਨੂੰ ਚੱਕਰ ਆਇਆ ਨਹੀਂ। ਜੇ ਚੱਕਰ ਆਉਂਦੇ ਨੇ, ਮੈਂ ਫਿਜ਼ੀਓਥੈਰੇਪੀ ਵਾਲੇ ਕੋਲ ਜਾ, ਫਿਜ਼ੀਓਥੈਰੇਪੀ ਵਾਲੇ ਕੋਲ ਜਾ, ਉਹ ਤੇਰੀ ਮਾਲਿਸ਼ ਮੁਲਿਸ਼ ਕਰੇਗਾ, ਤੇਰੇ ਮਣਕੇ ਜੇ ਸੈੱਟ ਹੋ ਜਾਣਗੇ ਫਿਰ ਹੋਊਗਾ। ਮਣਕੇ ਹਿੱਲ ਜਾਂਦੇ ਨੇ, ਧੌਣ ਦੇ 7 ਮਣਕੇ ਹੁੰਦੇ ਨੇ, ਇਹਨਾਂ ਜਗ੍ਹਾ ਕੋਈ ਹਿੱਲ ਜਾਏ ਨਾ ਫਿਰ ਸਰਵਾਈਕਲ ਹੋ ਜਾਂਦੀ ਹੈ, ਫਿਰ ਚੱਕਰ ਆਉਂਦੇ ਨੇ। ਚਲੋ ਦਵਾਈ ਵੀ ਹੁੰਦੀ ਹੈ ਨਾਲ ਫਿਜ਼ੀਓਥੈਰੇਪੀ। ਕਿਤੇ ਮੋਢੇ ਦੁਖਦੇ ਨੇ, ਹੁਣ ਦੇਖੋ ਆ ਗਰਮੀਆਂ 'ਚ ਮੇਰਾ ਕੋਈ ਮੋਢਾ ਨਹੀਂ ਦੁਖਦਾ। ਆ ਦਸੰਬਰ ਸ਼ੁਰੂ ਹੋਣ ਦੀ ਦੇਰ ਹੈ, ਦਸੰਬਰ ਤੋਂ ਲੈ ਕੇ ਅਪ੍ਰੈਲ ਤੱਕ ਦੁਖਦੇ ਹੀ ਰਹਿਣੇ ਨੇ। ਹੁਣ ਜੇ ਤਾਂ ਕੋਈ ਉਂਝ ਬਿਮਾਰੀ ਹੋਵੇ ਤਾਂ ਕੋਈ ਇਲਾਜ ਹੋਵੇ। ਮਈ ਤੋਂ ਬਿਲਕੁਲ ਠੀਕ ਹੋਵੇ ਵੀ ਮੈਨੂੰ ਤਾਂ ਕੱਖ ਹੈ ਹੀ ਨਹੀਂ। ਮਈ ਤੋਂ ਲੈ ਕੇ ਨਵੰਬਰ ਤੱਕ ਬਿਲਕੁਲ ਮੋਢੇ ਨਹੀਂ ਦੁਖਦੇ, ਐਨ ਰਹਿੰਦੇ ਠੀਕ। ਸਰਦੀਆਂ ਜਿਉਂ ਸ਼ੁਰੂ ਹੁੰਦੀਆਂ, ਜੇ ਸੱਜੇ ਪਾਸੇ ਸੌਣਾ ਤਾਂ ਸੱਜਾ ਮੋਢਾ ਦੁਖਣ ਲੱਗਦਾ, ਖੱਬੇ ਪਾਸੇ ਸੌਣਾ ਤਾਂ ਖੱਬਾ ਦੁਖਣ ਲੱਗ ਜਾਂਦਾ ਹੈ। ਉਹ ਦੁਖਣ ਲੱਗ ਜਾਂਦਾ, ਬੁਢਾਪਾ ਆ ਗਿਆ ਨਾ। ਕਿਤੇ ਗੋਡੇ ਦੁਖਦੇ ਨੇ, ਲੰਗੜਾ ਇੱਕ ਵਿਚਾਰਾ ਚੱਲ ਰਿਹਾ, ਵਿੰਗਾ ਟੇਢਾ ਚੱਲ ਮੈਂ ਲਵੇ ਤੇ ਗੋਡੇ ਨਹੀਂ ਦੁਖਦੇ, ਗੋਡੇ ਨਹੀਂ ਕੰਮ ਕਰਦੇ। ਹਰ ਇੱਕ ਕੋਲ 4 ਲੱਖ ਹੈ ਨਹੀਂ ਵੀ ਗੋਡੇ ਬਦਲਵਾ ਲੈ। ਹੁਣ ਤਾਂ 2-2 ਲੱਖ ਰੁਪਏ ਇੱਕ ਗੋਡੇ ਦਾ ਲੈਣਾ ਘੱਟ ਤੋਂ ਘੱਟ। ਡਾਕਟਰ ਕੋਲ ਚਲੇ ਜਾਏ, ਇਹੀ ਕਹਿਣਗੇ ਗੋਡੇ ਬਦਲਵਾ ਲਓ ਜੀ। ਹੁਣ ਇਹ ਨਹੀਂ ਕਹਿੰਦੇ ਤੇਰੇ ਗੋਡੇ ਠੀਕ ਕਰ ਦੇਣ ਦਵਾਈ ਨਾਲ, ਨਾ ਗੋਡੇ ਬਦਲਵਾ ਲਓ ਜੀ, ਵੀ ਲਿਓ 4 ਲੱਖ ਰੁਪਈਆ। ਉਹ ਗੋਡੇ ਦੇ ਬਦਲ ਗਏ, ਹੁਣ ਚੌਂਕੜੀ ਨਹੀਂ ਮਾਰ ਹੁੰਦੀ, ਗੁਰਦੁਆਰਾ ਗਿਆ। ਪਹਿਲਾਂ ਗੁਰਦੁਆਰੇ ਆਉਂਦੀ ਸੀ ਐਵੇਂ ਕਈ ਸਤਸੰਗ ਨਹੀਂ ਜਾਣਦਾ, ਗੋਡੇ ਬਦਲਵਾ ਲਏ, ਹੁਣ ਚੌਂਕੜੀ ਨਹੀਂ ਮਾਰ ਹੁੰਦੀ, ਸਤਸੰਗ ਵੀ ਗਿਆ। ਕੋਈ ਗੁਰਦੁਆਰਾ ਤੇ ਚੌਂਕੜੀ ਮਾਰਨੀ ਪੈਣੀ। ਕਈ ਗੁਰਦੁਆਰਿਆਂ 'ਚ ਵਿਚਾਰੇ ਨੇ ਬੈਂਚ ਮਗਰ ਲਾਤੇ ਨੇ ਵੀ ਚਲੋ ਜਿਹਨਾਂ ਦੇ ਗੋਡੇ ਕਾਡੇ ਦੁਖਦੇ ਨੇ ਉਹ ਬੈਂਚਾਂ 'ਤੇ ਬਹਿ ਜਾਣਾ, ਚਲੋ ਥੋੜ੍ਹਾ ਬਹੁਤਾ ਪ੍ਰਬੰਧ ਉਹਨਾਂ ਨੇ 5, 7, 10 ਬੰਦੇ ਲਈ ਕਰ ਦਿੱਤਾ ਜਾਂਦਾ ਹੈ। ਨਹੀਂ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਸਮੇਂ ਦੀ ਇੱਕ ਸਮੇਂ ਦੀ 100 ਕਹਾਵਤਾਂ ਐਵੇਂ ਨਹੀਂ ਬਣੀਆਂ। ਇੰਗਲਿਸ਼ ਕਹਿੰਦੇ ਸਟਿਚ ਇਨ ਟਾਈਮ ਸੇਵਜ਼ 9। ਵੇਲੇ ਸਿਰ ਇੱਕ ਤੋਪਾ ਲਾ ਦੋਗੇ ਉਹਦੇ ਨਾਲ ਸਰ ਜਾਏਗਾ, ਨਹੀਂ ਤਾਂ ਫਿਰ ਸਮਾਂ ਪਾ ਕੇ ਕੱਪੜਾ ਜ਼ਿਆਦਾ ਉਧੜ ਜਾਏਗਾ, ਫਿਰ 9 ਤੋਪੇ ਲਾਉਣੇ ਪੈਣਗੇ। ਸਮਾਂ ਹੁੰਦਾ, ਅਤੇ ਜੇ ਜ਼ਿਆਦਾ ਹੀ ਪਾੜ ਜੇ ਫਿਰ ਕੋਈ ਤੋਪਾ ਨਹੀਂ ਲੱਗਦਾ, ਫਿਰ ਨਵਾਂ ਲੈਣਾ ਪੈਂਦਾ। ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਜਾਨ। ਸਾਰੀਆਂ ਅਵਸਥਾ ਵਿਅਰਥ ਗਈਆਂ, ਸਮਾਂ ਹੀ ਬੀਤ ਗਿਆ। ਹੁਣ ਜਦੋਂ ਕਰਨਾ ਸੀ ਉਦੋਂ ਕੀਤਾ ਨਹੀਂ, ਕਿਉਂਕਿ ਲਾਲਚ ਲੱਗਿਆ ਹੋਰ ਮਾਇਆ ਕਮਾਲਾ, ਹੋਰ ਮਾਇਆ ਕਮਾਲਾ। ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਹੇ ਅਗਿਆਨੀਆਂ, ਸਮਾਂ ਹੀ ਲੰਘ ਗਿਆ, ਹੁਣ ਕਿਉਂ ਰੋਣਾ? ਹੁਣ ਪਛਤਾਉਣਾ ਕਿਆ ਹੋਏਗਾ? ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ। ਪੜ੍ਹਨ ਕਹਾਵਤ। ਇਟ ਇਜ਼ ਯੂਜ਼ਲੈਸ ਕਿ ਦੁੱਧ ਡੁੱਲ ਗਿਆ, ਹੁਣ ਪਿੱਟਣ ਦਾ ਕਿਆ ਫਾਇਦਾ? ਦੁੱਧ ਡੁੱਲ ਗਿਆ। ਬੇਰ ਡੁੱਲ ਜਾਣ ਨਾ ਤੇ ਕਹਾਵਤ ਹੈ, ਅਜੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਇਕੱਠੇ ਕਰ ਲੈ। ਦੁੱਧ ਡੁੱਲ ਗਿਆ ਬਸ। ਇਸ ਲਈ ਜੇ ਸਮਾਂ ਹੀ ਲੰਘ ਗਿਆ ਫਿਰ ਪਛਤਾਵਾ ਹੀ ਪਛਤਾਵਾ ਮਗਰ ਰਹਿ ਜਾਂਦਾ।
ਅਜੇ ਵੀ ਜਿੰਨਾ ਵੀ ਸਮਾਂ ਮਿਲਿਆ ਸਾਨੂੰ, ਸਾਡਾ ਫਰਜ਼ ਬਣਦਾ ਹੈ ਅਸੀਂ ਭਜਨ ਬੰਦਗੀ ਕਰੀਏ। ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਰ, ਉੜਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਦਾ ਨਾਮ ਜਪੀ ਜਾਣਾ। ਤੁਰਦਿਆਂ ਫਿਰਦਿਆਂ ਸੈਰ ਕਰਦਿਆਂ ਸਰੀਰਕ ਕੰਮ ਧੰਦਾ ਕਰਦਿਆਂ ਹੋਏ। ਚਲੋ ਜੋ ਦਿਮਾਗੀ ਕੰਮ ਕਰ ਰਹੇ ਹੋ ਤਾਂ ਨਹੀਂ ਨਾਮ ਜਪਿਆ ਜਾ ਸਕਦਾ। ਜਦੋਂ ਸਰੀਰਕ ਕੰਮ ਕਰ ਰਹੇ ਹਾਂ, ਸੈਰ ਕਰ ਰਹੇ ਹਾਂ, ਸਫ਼ਰ ਕਰ ਰਹੇ ਹਾਂ, ਲੇਟੇ ਹੋਏ ਹਾਂ, ਉਦੋਂ ਤੁਸੀਂ ਸਿਮਰਨ ਕਰ ਸਕਦੇ ਹੋ। ਸੋ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ। ਸਮੇਂ 3 ਦੱਸੇ ਨੇ, ਬਚਪਨ, ਜਵਾਨੀ ਅਤੇ ਬੁਢਾਪਾ। ਨਾ ਕੀਤਾ ਸਮੇਂ ਲੰਘ ਗਏ, ਹੁਣ ਕੀ, ਹੁਣ ਰੋਣ ਦਾ ਕਹਿੰਦੇ ਕੀ ਫਾਇਦਾ। ਸਤਿਕਾਰਯੋਗ ਸਾਧ ਸੰਗਤ ਜੀ, ਇਸ ਲਈ ਜਿੰਨਾ ਵੀ ਸਮਾਂ ਬਾਕੀ ਬੱਚੇ ਜੀਵਨ ਦਾ, ਕੋਈ ਪਤਾ ਨਹੀਂ ਕਿੰਨਾ ਸਮਾਂ ਜਿਉਣਾ, ਕੋਈ ਗਰੰਟੀ ਨਹੀਂ ਹੈਗੀ। ਜਿੰਨਾ ਵੀ ਸਮਾਂ ਮਿਲੇ ਉਹਦੀ ਸਹੀ ਵਰਤੋਂ ਕਰਨੀ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਸਤ ਸੰਗਤ ਕਰਨੀ ਹੈ, ਸ਼ੁਭ ਕਰਮ ਕਰਨੇ ਨੇ, ਆਪਣੀ ਦਸਾਂ ਨੂੰ ਦੀ ਕਿਰਤ ਕਰਕੇ ਪਰਿਵਾਰ ਪਾਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।